ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 353 ਤੇ ਹੇਠੋਂ 2 4 6 7 ਪੰਕਤੀਆਂ ਛੱਡ ਕੇ ਆਸਾ ਮਹਿਲਾ ਪਹਿਲਾ ਹੇਠੋਂ 7 ਲਾਈਨਾਂ ਛੱਡ ਕੇ ਨਿਵ ਨਿਵ ਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ। ਨਿਵ ਨਿਵ ਪਾਏ ਲਗੋ ਗੁਰ ਆਪਣੇ। ਪਾਏ ਫਾਰਸੀ ਦਾ ਸ਼ਬਦ ਹੈ, ਪਾਈ ਪੰਜਾਬੀ ਦਾ ਸ਼ਬਦ ਹੈ, ਅਰਥ ਹੈ ਪੈਰ। ਇਹਨੂੰ ਇਸ ਤਰ੍ਹਾਂ ਪੜ੍ਹਦੇ ਨਿਵ ਨਿਵ ਪਾਏ ਲਗੋ ਗੁਰ ਆਪਣੇ। ਨਿਵ ਨਿਵ ਪਾਏ ਲਗੋ ਗੁਰ ਆਪਣੇ ਦੋਨੋਂ ਤਰੀਕੇ ਨਾਲ ਪੜ੍ਹਿਆ ਜਾ ਸਕਦਾ। ਪਾਏ ਫਾਰਸੀ 'ਚ ਕਹਿੰਦੇ ਨੇ ਪੈਰ, ਪਾਈ ਪੰਜਾਬੀ 'ਚ ਕਹਿੰਦੇ ਨੇ ਪੈਰ। ਨਿਵ ਨਿਵ ਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ। ਆਤਮ ਰਾਮ ਹੁੰਦਾ ਪਰਮਾਤਮਾ, ਨਿਹਾਰਿਆ ਮੈਨੇ ਦੇਖਿਆ। ਮੈਂ ਆਪਣੇ ਪਰਮਾਤਮਾ ਨੂੰ ਵੇਖ ਲਿਆ ਹੈ, ਇਸ ਲਈ ਮੈਂ ਝੁਕ ਝੁਕ ਕੇ ਗੁਰੂ ਦੇ ਪੈਰੀਂ ਲੱਗਦਾ ਕਿ ਗੁਰੂ ਨੇ ਮੈਨੂੰ ਪਰਮਾਤਮਾ ਵਿਖਾਤਾ। ਇਸ ਲਈ ਕਹਿੰਦੇ ਮੈਂ ਝੁਕ ਝੁਕ ਕੇ ਗੁਰੂ ਦੇ ਚਰਨੀ ਲੱਗਦਾ ਹਾਂ, ਕਿਉਂਕਿ ਮੈਂ ਆਪਣੇ ਪਰਮਾਤਮਾ ਨੂੰ ਵੇਖ ਲਿਆ ਹੈ, ਨਿਹਾਰਿਆ ਵੇਖ ਲਿਆ ਹੈ। ਕਰਤ ਵਿਚਾਰ ਹਿਰਦੈ ਹਰ ਰਵਿਆ। ਮੈਂ ਪਰਮਾਤਮਾ ਬਾਰੇ ਵਿਚਾਰ ਕੀਤੀ, ਹਿਰਦੈ ਹਰ ਰਵਿਆ। ਦੇਖਿਆ ਕਿ ਪਰਮਾਤਮਾ ਹਿਰਦੇ ਦੇ ਵਿੱਚ ਵਸਦਾ ਹੈ। ਹਿਰਦੈ ਦੇਖ ਵਿਚਾਰਿਆ, ਉਹਨੂੰ ਹਿਰਦੇ ਦੇ ਵਿੱਚ ਵੇਖ ਕੇ ਕਹਿੰਦੇ ਉਸ 'ਤੇ ਵਿਚਾਰ ਮੈਂ ਕੀਤੀ। ਬੋਲੋ ਰਾਮ ਕਰੇ ਨਿਸਤਾਰਾ। ਕਾਏ ਭਾਈ ਪਰਮਾਤਮਾ ਦਾ ਨਾਮ ਜਪੋ, ਪਰਮਾਤਮਾ ਫਿਰ ਤੁਹਾਡਾ ਪਾਰ ਉਤਾਰਾ ਕਰ ਦੇਗਾ। ਨਿਸਤਾਰਾ ਮੈਨੇ ਪਾਰ ਉਤਾਰਾ। ਬੋਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲੱਭੈ। ਗੁਰੂ ਦੀ ਕਿਰਪਾ ਨਾਲ ਰਤਨ ਕਿਹਾ ਨਾਮ ਨੂੰ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਜਿਹੜਾ ਨਾਮ ਹੈ ਫਿਰ ਇਹ ਲੱਭਦਾ ਹੈ, ਭਾਵ ਮਿਲਦਾ ਹੈ। ਮਿਟੇ ਅਗਿਆਨ ਹੋਏ ਉਜਿਆਰਾ। ਫਿਰ ਅੰਦਰ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ, ਗਿਆਨ ਦਾ ਅੰਦਰ ਚਾਨਣ ਹੋ ਜਾਂਦਾ ਹੈ। ਉਜਿਆਰਾ ਚਾਨਣ ਨੂੰ ਕਹਿੰਦੇ, ਉਜਿਆਲਾ ਜਿਹਨੂੰ ਕਹਿੰਦੇ ਚਾਨਣ। ਕਾਹਦਾ ਚਾਨਣ? ਗਿਆਨ ਦਾ ਚਾਨਣ। ਅਗਿਆਨਤਾ ਖਤਮ ਹੋ ਜਾਂਦੀ ਹੈ ਅਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ। ਕਰਨਾ ਕੀ ਹੈ? ਬਸ ਰਾਮ ਰਾਮ ਕਰੀ ਜਾਣਾ, ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਬੋਲੋ ਰਾਮ, ਨਾਮ ਜਪਣਾ। ਨਾਮ ਜਪੋ, ਕਹਿੰਦੇ ਪਾਰ ਉਤਾਰਾ ਤੁਹਾਡਾ ਹੋ ਜਾਏਗਾ। ਫਿਰ ਗੁਰੂ ਦੀ ਕਿਰਪਾ ਨਾਲ ਇਸ ਨਾਂ ਹਰੀ ਦੇ ਨਾਮ ਦੀ ਪ੍ਰਾਪਤੀ ਹੋਵੇਗੀ। ਫਿਰ ਅਗਿਆਨਤਾ ਦਾ ਹਨੇਰਾ ਮਿਟ ਜਾਏਗਾ ਅਤੇ ਗਿਆਨ ਦਾ ਚਾਨਣ ਹੋ ਜਾਏਗਾ। ਬੋਲੋ ਰਾਮ ਕਰੇ ਨਿਸਤਾਰਾ, ਬੋਲੋ ਰਾਮ ਕਰੇ ਨਿਸਤਾਰਾ। ਗੁਰ ਪ੍ਰਸਾਦ ਰਤਨ ਹਰ ਲਾਭੈ, ਗੁਰ ਪ੍ਰਸਾਦ ਰਤਨ ਹਰ ਲਾਭੈ। ਮਿਟੈ ਅਗਿਆਨ ਹੋਏ ਉਜਿਆਰਾ, ਮਿਟੈ ਅਗਿਆਨ ਹੋਏ ਉਜਿਆਰਾ। ਸੋ ਬਸ ਰਾਮ ਰਾਮ ਕਰੀ ਜਾਣਾ। ਕਹਿੰਦੇ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਏਗਾ, ਗਿਆਨ ਦਾ ਚਾਨਣ ਹੋ ਜਾਏਗਾ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ, ਪਾਰ ਉਤਾਰਾ ਹੋ ਜਾਏਗਾ। ਕੰਮ ਇੱਕ ਕਰਨਾ, ਫਾਇਦੇ ਕਿੰਨੇ ਨੇ। ਰਬਨੀ ਰਵੈ ਬੰਧਨ ਨਹੀਂ ਟੂਟੈ, ਵਿੱਚ ਹਉਮੈ ਭਰਮ ਨ ਜਾਈ। ਰਬਨੀ ਰਵੈ, ਬੇਧਿਆਨੇ ਹੋ ਕੇ ਜਦੋਂ ਅਸੀਂ ਨਾਮ ਜਪਦੇ ਨੇ ਉਹਨੂੰ ਕਹਿੰਦੇ ਰਬਨੀ ਰਵੈ। ਮੂੰਹ ਜਿਹੜੀ ਜੀਭ ਹੈ ਤਾਂ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ, ਧਿਆਨ ਬਾਜ਼ਾਰ 'ਚ ਫਿਰ ਰਿਹਾ, ਕਿਤੇ ਹੋਰ ਪਾਸੇ ਗਿਆ ਹੋਇਆ ਹੈ। ਇਸ ਤਰ੍ਹਾਂ ਕਦੇ ਗੱਲ ਬਣਦੀ ਨਹੀਂ। ਫਿਰ
ਬੇਧਿਆਨੇ ਹੋ ਕੇ ਨਾਮ ਜਪਣ ਦੇ ਨਾਲ ਬੰਧਨ ਨਹੀਂ ਟੁੱਟੇ। ਇਹ ਮੋਹ ਮਾਇਆ ਦੇ ਬੰਧਨ ਟੁੱਟਦੇ ਨਹੀਂ। ਵਿੱਚ ਹਉਮੈ ਭਰਮ ਨ ਜਾਈ। ਅੰਦਰ ਜੋ ਹਉਮੈ ਹੈ, ਅੰਦਰ ਜੋ ਭਰਮ ਹੈ, ਉਹ ਖਤਮ ਨਹੀਂ ਹੁੰਦਾ। ਕਿਉਂਕਿ ਜਦੋਂ ਧਿਆਨ ਨਾਲ ਨਾਮ ਜਪਾਂਗੇ ਤਾਂ ਜਾ ਕੇ ਗੱਲ ਬਣਨੀ ਹੈ। ਬੇਧਿਆਨੇ ਹੋ ਕੇ ਤਾਂ ਸਾਰੀ ਉਮਰ ਚਾਹੇ ਜਪੀ ਜਾਓ। ਧਿਆਨ ਨਾਲ ਬਾਣੀ ਪੜ੍ਹੋਗੇ ਤਾਂ ਗੱਲ ਬਣਨੀ ਹੈ। ਬੇਧਿਆਨੇ ਹੋ ਕੇ ਪੜ੍ਹੀ ਜੋ ਕਿ ਨਹੀਂ ਗੱਲ ਬਣਦੀ। ਇਸ ਲਈ ਚਾਹੇ 5 ਮਿੰਟ ਨਾਮ ਜਪੋ, ਚਾਹੇ 10 ਮਿੰਟ ਜਪੋ, ਧਿਆਨ ਨਾਲ ਜਪੋ। ਬਾਣੀ ਚਾਹੇ ਇੱਕ ਸਫਾ ਪੜ੍ਹੋ, ਧਿਆਨ ਨਾਲ ਪੜ੍ਹੋ। ਮਹਾਨਤਾ ਧਿਆਨ ਦੀ ਹੈ, ਬਹੁਤੇ ਸਫਿਆਂ ਜਾਂ ਬਹੁਤੇ ਟਾਈਮ ਦੀ ਨਹੀਂ ਹੈ। ਬਹੁਤੇ ਸਫਿਆਂ ਜਾਂ ਬਹੁਤੇ ਟਾਈਮ ਦੇ ਨਾਲ ਮਤਲਬ ਨਹੀਂ ਹੈ ਕਿ ਮੈਂ ਜੀ 2 ਘੰਟੇ ਸਿਮਰਨ ਕਰਦਾ। ਧਿਆਨ ਨਾਲ ਕਿੰਨੀ ਦੇਰ ਕਰਦੇ ਹੋ, ਕੀਮਤ ਇਸ ਗੱਲ ਦੀ ਹੈ। ਜਦੋਂ ਗੁਰੂ ਨਾਨਕ ਦੇਵ ਵੇਈਂ ਨਦੀ 'ਚ ਨਿਕਲੇ, ਮੜੀਆਂ 'ਚ ਜਾ ਬੈਠੇ, ਇੱਕੋ ਗੱਲ ਕਹੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਮੁੱਲਾ ਆ ਗਿਆ ਹੈ ਮਸੀਤ ਦਾ, ਨਵਾਬ ਆ ਗਿਆ ਹੈ। ਕਹਿੰਦੇ ਤੁਹਾਡੀਆਂ ਨਜ਼ਰਾਂ 'ਚ ਮੁਸਲਮਾਨ ਇੱਕੋ ਜਿਹੇ ਨੇ? ਕਹਿੰਦੇ ਹਾਂਜੀ। ਅਸਲ ਕਿ ਸਾਡੀ ਨਜ਼ਰਾਂ 'ਚ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ, ਸਭ ਇਨਸਾਨ ਨੇ, ਸਭ ਇਨਸਾਨ ਨੇ। ਕਹਿੰਦੇ ਅੱਛਾ, ਤੁਸੀਂ ਹਿੰਦੂ ਮੁਸਲਮਾਨਾਂ ਨੂੰ ਬਰਾਬਰ ਸਮਝਦੇ? ਕਹਿੰਦੇ ਹਾਂ ਬਰਾਬਰ ਨੇ। ਕਹਿੰਦੇ ਕੱਲ੍ਹ ਨੂੰ ਫਿਰ ਜੁਮਾ ਹੈ, ਜਿਹਨੂੰ ਆਪਾਂ ਸ਼ੁੱਕਰਵਾਰ ਕਹਿੰਦੇ। ਕੱਲ੍ਹ ਨੂੰ ਜੁਮੇ ਦੀ ਨਮਾਜ਼ ਪੜ੍ਹਨ ਆਉਣੀ ਹੈ ਮਸੀਤ ਦੇ ਵਿੱਚ। ਗੁਰੂ ਮਹਾਰਾਜ ਕਹਿੰਦੇ ਆ ਜਾਵਾਂਗੇ। ਸਾਰੇ ਸ਼ਹਿਰ 'ਚ ਰੌਲਾ ਪੈ ਗਿਆ ਕਿ ਇੱਕ ਹਿੰਦੂ ਮਸੀਤ 'ਚ ਨਮਾਜ਼ ਪੜ੍ਹੇਗਾ, ਵੀ ਕਿਤੇ ਮੁਸਲਮਾਨ ਹੀ ਨਾ ਬਣ ਜਾਵੇ। ਬੜਾ ਇਕੱਠ ਹੋ ਗਿਆ ਮਸੀਤ ਦੇ ਵਿੱਚ ਮੁਸਲਮਾਨਾਂ ਦਾ, ਬਾਹਰ ਹਿੰਦੂਆਂ ਦਾ, ਵੀ ਦੇਖੋ ਵੀ ਕੀ ਬਣਦਾ। ਨਮਾਜ਼ ਸ਼ੁਰੂ ਹੋ ਗਈ ਹੈ। ਗੁਰੂ ਮਹਾਰਾਜ ਉਸੇ ਤਰ੍ਹਾਂ ਹੀ ਖੜ੍ਹੇ ਨੇ। ਉਹ ਕੋਈ ਉਹਨਾਂ ਦੀ ਤਰ੍ਹਾਂ ਉਠਕ ਬੈਠਕ ਨਹੀਂ ਕਰ ਰਹੇ, ਕੋਈ ਨਮਾਜ਼ ਨਹੀਂ ਪੜ੍ਹ ਰਹੇ। ਜਦੋਂ ਨਮਾਜ਼ ਸਮਾਪਤ ਹੋ ਗਈ ਤਾਂ ਕਾਜ਼ੀ ਕਹਿੰਦਾ ਤੁਸੀਂ ਤਾਂ ਕਹਿੰਦੇ ਸੀ ਮੈਂ ਤੁਹਾਡੇ ਨਾਲ ਨਮਾਜ਼ ਪੜ੍ਹਾਂਗਾ, ਤੁਸੀਂ ਤਾਂ ਨਮਾਜ਼ ਹੀ ਨਹੀਂ ਪੜ੍ਹੀ। ਕਹਿੰਦੇ ਕਾਜ਼ੀ ਜੀ ਤੁਸੀਂ ਕਿਹੜਾ ਪੜ੍ਹੀ? ਤੁਸੀਂ ਕਿਹੜਾ ਪੜ੍ਹੀ? ਕਹਿੰਦੇ ਨਹੀਂ ਜੀ ਮੈਂ ਤਾਂ ਨਮਾਜ਼ ਪੜ੍ਹਦਾ ਰਿਹਾ। ਕਹਿੰਦੇ ਕਾਜ਼ੀ ਜੀ ਤੁਸੀਂ ਤੁਹਾਡੀ ਨਮਾਜ਼ ਪ੍ਰਵਾਨ ਨਹੀਂ ਹੋਈ। ਕਹਿੰਦੇ ਸੱਚੋ ਸੱਚ ਦੱਸੇ ਰੱਬ ਦੇ ਘਰ 'ਚ ਬੈਠੇ ਹੋ, ਤੁਹਾਡੇ ਘਰ ਖੂਹੀ ਹੈ? ਕਹਿੰਦੇ ਹਾਂਜੀ। ਤੁਹਾਡੀ ਘੋੜੀ ਸੂਈ ਹੈ? ਕਹਿੰਦੇ ਹਾਂਜੀ। ਉਹਨੇ ਵਿਛੇਰੀ ਦਿੱਤੀ ਹੈ? ਕਹਿੰਦੇ ਹਾਂਜੀ। ਕਿ ਤੁਹਾਡਾ ਧਿਆਨ ਤੇ ਘਰ ਵੱਲ ਸੀ, ਕਿਤੇ ਵਿਛੇਰੀ ਟੱਪਦੀ ਟੱਪਦੀ ਖੂਹੀ 'ਚ ਨਾ ਡਿੱਗ ਪਵੇ। ਤੁਹਾਡਾ ਧਿਆਨ ਤੇ ਘਰ ਸੀ, 3 ਚਿਰ ਨਮਾਜ਼ ਖਤਮ ਹੋ ਗਈ। ਇਸੇ ਤੁਹਾਡੀ ਨਮਾਜ਼ ਤਾਂ ਅੱਲਾ ਦੇ ਦਰ 'ਤੇ ਪ੍ਰਵਾਨ ਹੀ ਨਹੀਂ ਹੋਈ। ਇਸੇ ਤਰ੍ਹਾਂ ਸਾਡਾ ਨਿਤਨੇਮ ਹੈ, ਇਸੇ ਤਰ੍ਹਾਂ ਸਾਡਾ ਸਿਮਰਨ ਬਹੁਤ ਘੱਟ ਅੱਲਾ ਦੀ ਦਰਗਾਹ ਜਾ ਕੇ ਪ੍ਰਵਾਨ ਹੁੰਦਾ, ਕਿਉਂਕਿ ਅਸੀਂ ਬੇਧਿਆਨੀ ਨਾਲ ਕਰਦੇ। ਥੋੜ੍ਹਾ ਸਮਾਂ ਕਰੋ, ਚਾਹੇ ਥੋੜ੍ਹੇ ਸਫ਼ੇ ਕਰੋ, ਧਿਆਨ ਨਾਲ ਕਰੋ। ਮੈਂ ਦੇਖਿਆ ਅਗਰ ਤੁਸੀਂ ਧਿਆਨ ਨਾਲ ਬਾਣੀ ਪੜ੍ਹਨੀ, ਫਿਰ ਅਰਥਾਂ ਸਮੇਤ ਪੜ੍ਹਨੀ ਸ਼ੁਰੂ ਕਰ ਦਿਓ, ਤੁਹਾਡਾ ਧਿਆਨ ਉੱਥੇ ਰਹੇਗਾ, ਕਿਤੇ ਨਹੀਂ ਜਾਂਦਾ। ਜੇ ਤੁਸੀਂ ਅਰਥਾਂ ਸਮੇਤ ਬਾਣੀ ਪੜ੍ਹੋਗੇ, ਤੁਹਾਡਾ ਸਾਰਾ ਧਿਆਨ ਅਰਥਾਂ ਵਿੱਚ ਹੋਵੇਗਾ, ਇੱਧਰ ਉੱਧਰ ਨਹੀਂ ਕਿਤੇ ਜਾਵੇਗਾ। ਜੇ ਬਾਣੀ ਮੂੰਹ ਜ਼ਬਾਨੀ ਯਾਦ ਹੋਵੇ, ਧਿਆਨ ਬਿਲਕੁਲ ਨਹੀਂ ਟਿਕਦਾ। ਜੇ ਦੇਖ ਦੇ ਕੇ ਪੜ੍ਹਦੇ ਹੋ ਅਤੇ ਵਾਰੀ ਪੜ੍ਹਦੇ ਹੋ, ਫਿਰ ਹੀ ਬਹੁਤ ਘੱਟ ਧਿਆਨ ਟਿਕਦਾ ਹੈ। ਜੇ ਦੇਖ ਕੇ ਜੋੜ ਕੇ ਪੜ੍ਹ ਰਹੇ ਹੋ, ਜਿਵੇਂ ਨਵਾਂ ਪੜ੍ਹਦਾ ਜੋੜ ਉਹਦਾ ਸਾਰਾ ਧਿਆਨ ਬਾਣੀ 'ਚ ਹੁੰਦਾ ਹੈ। ਮਹਾਨਤਾ ਧਿਆਨ ਦੀ ਹੈ। ਜ਼ਿੰਦਗੀ 'ਚ ਵੀ ਧਿਆਨ ਦੀ ਮਹਾਨਤਾ ਹੈ। ਕੀ ਤੁਸੀਂ ਧਿਆਨ ਨਾਲ ਤੁਰ ਰਹੇ ਹੋ? ਕੀ ਤੁਸੀਂ ਧਿਆਨ ਨਾਲ ਗੱਡੀ ਚਲਾ ਰਹੇ ਹੋ? ਕੀ ਤੁਸੀਂ ਧਿਆਨ ਨਾਲ ਪੜ੍ਹ ਰਹੇ ਹੋ? ਕੀ ਤੁਸੀਂ ਧਿਆਨ ਨਾਲ ਲਿਖ ਰਹੇ ਹੋ? ਕੀ ਤੁਸੀਂ ਧਿਆਨ ਨਾਲ ਸੁਣ ਰਹੇ ਹੋ? ਧਿਆਨ ਦੀ ਮਹਾਨਤਾ ਹੈ।
ਬੇਧਿਆਨਿਆ ਸੁਣਿਆ ਨਾ ਸੁਣੇ। ਪੁਰਾਣੇ ਜ਼ਮਾਨੇ 'ਚ ਸਕੂਲ, ਸਰਕਾਰੀ ਸਕੂਲ, ਫਰਸ਼ ਕੱਚੇ ਹੁੰਦੇ ਸਨ, ਪਰ ਬੱਚੇ ਰਲ ਕੇ ਪੋਚਾ ਪੋਚਾ ਫੇਰ ਲਿਆ ਕਰਦੇ 7-8 ਦਿਨਾਂ ਫਰਸ਼ ਦੇ, ਆਪਣੀ ਬੋਰੀਆਂ ਲਿਆ ਕੇ ਪੜ੍ਹਿਆ ਕਰਦੇ ਸਨ। ਕਈ ਵਾਰੀ ਚੂਹੇ ਖੁੱਡ ਬਣਾ ਲਿਆ ਕਰਦੇ ਸਨ ਕੱਚੀ ਥਾਂ ਦੇ। ਇੱਕ ਵਾਰੀ ਟੀਚਰ ਬੋਰਡ 'ਤੇ ਹਿਸਾਬ ਦੇ ਸਵਾਲ ਪੜ੍ਹਾ ਰਿਹਾ ਦੂਜੀ ਜਮਾਤ ਵਾਲਿਆਂ ਨੂੰ, ਪਲੱਸ ਮਾਈਨਸ ਦੇ, ਜੋੜ ਘਟਾ ਦੇ। ਤਕਸੀਮ ਦਾ ਸਵਾਲ ਹੈ ਜਿਹਨੂੰ ਡਿਵੀਜ਼ਨ ਕਹਿੰਦੇ ਨੇ। 7 ਲਿਖਿਆ ਅਤੇ 2 'ਤੇ ਡਿਵਾਈਡ ਕੀਤਾ ਜਾ ਰਿਹਾ ਹੈ। ਟੀਚਰ ਕਹਿੰਦਾ ਵੀ 7 ਨੂੰ 2 'ਤੇ ਵੰਡੇ ਗਿਆ 3 'ਤੇ। ਪਰ ਰਾਮੂ ਬਾਕੀ ਕੀ ਬਚਿਆ? ਕਹਿੰਦਾ ਜੀ ਪੂਛ। ਕਿਉਂ? ਉਹ ਚੂਹਾ ਖੁੱਡ 'ਚ ਵੜ ਰਿਹਾ ਸੀ ਅਤੇ ਉਹਦੀ ਪੂਛ ਬਾਹਰ ਸੀ, ਅਤੇ ਟੀਚਰ ਨੇ ਵਿਚਾਰੇ ਪੁੱਛਿਆ ਬਾਕੀ ਕੀ ਬੱਚੇ? ਕਹਿੰਦਾ ਪੂਛ। ਇਹ ਪੜ੍ਹਾਈ ਹੋ ਰਹੀ ਹੈ। ਬੇਧਿਆਨੇ ਕੋਈ ਗੱਲ ਨਹੀਂ ਬਣਦੀ। ਬੇਧਿਆਨੇ ਨੂੰ ਅੱਜ ਤੱਕ ਰੱਬ ਨਹੀਂ ਮਿਲਿਆ, ਚਾਹੇ 100 ਜਨਮ ਲੱਗੇ ਰਹੇ ਹੋਣ। ਖਿਆਲ ਰੱਖਿਓ, ਚਾਹੇ 100 ਜਨਮ ਅਸੀਂ ਲੱਗੇ ਰਹੀਏ, ਅਗਰ ਬੇਧਿਆਨੇ ਰਹਾਂਗੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ, ਆਤਮਿਕ ਅਵਸਥਾ ਉੱਚੀ ਨਹੀਂ ਹੋਵੇਗੀ। ਗਿਣਤੀਆਂ ਮਿਣਤੀਆਂ ਨਾਲ ਆਤਮਿਕ ਅਵਸਥਾ ਉੱਚੀ ਨਹੀਂ ਹੁੰਦੀ। ਕੋਈ ਕਹਿੰਦਾ ਮੈਂ 100 ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ, ਕਿੰਨੇ ਕੁ ਧਿਆਨ ਨਾਲ ਕਰਦੇ ਕਿ ਗਿਣਤੀ ਕਰਨ 'ਤੇ ਲੱਗਾ ਹੋਇਆ? ਯਾਦ ਰੱਖਣਾ, ਮਹਾਨਤਾ ਧਿਆਨ ਦੀ ਹੈ, ਬਹੁਤੇ ਦੀ ਨਹੀਂ ਹੈਗਾ। ਚਾਹੇ ਥੋੜ੍ਹੀ ਦੇਰ ਪੜ੍ਹੋ, ਥੋੜ੍ਹੀ ਦੇਰ ਸਿਮਰਨ ਕਰੋ, ਜਿੰਨਾ ਸਮਾਂ ਵੀ ਕਰੋ ਧਿਆਨ ਨਾਲ ਕਰੋ। ਨੀਂਦ ਆਉਂਦੀ ਹੈ ਚੁੱਪ ਕਰਕੇ ਸੌਂ ਜਾਓ। ਇਸ ਤਰ੍ਹਾਂ ਝਟਕੇ ਜੇ ਮਾਰੀ ਜਾਣ ਦਾ ਕੋਈ ਫਾਇਦਾ ਨਹੀਂ। ਉਹਦਾ ਕੀ ਫਾਇਦਾ? ਪੜ੍ਹ ਰਹੇ ਤਾਂ ਫਿਰ ਨੀਂਦ ਐ ਕਰੀ ਜਾਂਦੀ। ਉਹਦੇ ਨਾਲ ਚੰਗਾ ਗੁਟਕਾ ਰੱਖੋ ਅਤੇ ਸੌਂ ਜਾਓ। ਜਦੋਂ 15-20 ਮਿੰਟ ਤੁਸੀਂ ਸੌਂ ਜਾਓਗੇ, ਬਿਲਕੁਲ ਬਾਅਦ 'ਚ ਫਰੈਸ਼ ਹੋ ਜਾਓਗੇ, ਇੱਕ ਫਿਰ ਤਾਜ਼ੇ ਹੋ ਜਾਓਗੇ, ਫਿਰ ਆਪਣਾ ਜੋ ਮਰਜ਼ੀ ਪੈ ਕਰ ਲਓ, ਫਿਰ ਨੀਂਦ ਨਹੀਂ ਆਵੇਗੀ। ਸੋ ਤਾਂ ਗੁਰੂ ਮਹਾਰਾਜ ਸਮਝਾਉਂਦੇ ਨੇ। ਸੋ ਰਾਮ ਰਾਮ ਵੀ ਰਵਨੀ ਰਵੈ ਬੰਧਨ ਨਹੀਂ ਟੂਟੇ। ਬੇਧਿਆਨੇ ਹੋ ਕੇ ਜਿਹੜੀ ਜੀਵ ਹੈ ਉਹ ਰਾਮ ਰਾਮ ਤੇ ਕਰ ਰਹੀ ਹੈ, ਪਰ ਮੋਹ ਮਾਇਆ ਦੇ ਬੰਧਨ ਨਹੀਂ ਟੁੱਟਦੇ। ਅੰਦਰ ਜੋ ਹਉਮੈ ਹੈ, ਅੰਦਰ ਜੋ ਭਰਮ ਹੈ, ਉਹ ਖਤਮ ਨਹੀਂ ਹੁੰਦਾ। ਸਤਿਗੁਰ ਮਿਲੇ ਤਾਂ ਹਉਮੈ ਟੂਟੇ, ਤਾ ਕੋ ਲੇਖੈ ਪਾਈ। ਜਦੋਂ ਗੁਰੂ ਮਿਲਦਾ ਹੈ ਫਿਰ ਹਉਮੈ ਟੁੱਟਦੀ ਅੰਦਰੋਂ। ਤਾਂ ਜਿਹੜਾ ਉਹਦੀ ਭਜਨ ਬੰਦਗੀ ਕੀਤੀ ਲੇਖੇ 'ਚ ਆਉਂਦੀ ਹੈ। ਨਿਗੋਰੇ ਦੀ ਭਜਨ ਬੰਦਗੀ ਲੇਖੇ 'ਚ ਨਹੀਂ ਆਉਂਦੀ। ਨਿਗੋਰੇ ਦੀ ਭਜਨ ਬੰਦਗੀ ਲੇਖੇ 'ਚ ਨਹੀਂ ਹੈ, ਗੁਰੂ ਵਾਲੇ ਦੀ ਭਜਨ ਬੰਦਗੀ ਲੇਖੇ 'ਚ ਆਉਂਦੀ ਹੈ। ਬਾਕੀ ਉਂਝ ਜੋ ਜਿਵੇਂ ਮੰਨ ਲਓ ਇੱਕ ਨਿਗੋਰਾ ਬੰਦਾ ਹੈ, ਕੋਈ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਸਿੱਖਾਂ 'ਚ ਵੀ ਸਾਰੇ ਗੁਰੂ ਵਾਲੇ ਥੋੜ੍ਹੇ ਨੇ। ਤੁਸੀਂ ਬਾਣੀ ਪੜ੍ਹ ਰਹੇ ਹੋ, ਬਾਣੀ ਪੜ੍ਹਨ ਦਾ ਜੋ ਲਾਭ ਹੈ ਉਹ ਤਾਂ ਹਰ ਇੱਕ ਨੂੰ ਮਿਲੇਗਾ। ਜਿਹੜਾ ਵੀ ਪੜ੍ਹ ਰਿਹਾ, ਜਿਹੜਾ ਵੀ ਬਾਣੀ ਪੜ੍ਹ ਰਿਹਾ ਹੈ, ਉਸ ਨੂੰ ਬਾਣੀ ਪੜ੍ਹਨ ਦਾ ਲਾਭ ਮਿਲਣਾ ਹੀ ਮਿਲਣਾ ਹੈ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਸਿੱਖ ਹੈ, ਕੋਈ ਵੀ ਹੈ। ਪਰ ਜੇ ਉਹਨੇ ਆਪਣੀ ਆਤਮਿਕ ਅਵਸਥਾ ਉੱਚੀ ਕਰਨੀ ਹੈ, ਫਿਰ ਉਹਨੂੰ ਗੁਰੂ ਵਾਲੇ ਹੋ ਕੇ ਧਿਆਨ ਨਾਲ ਪੜ੍ਹਨੀ ਪੈਣੀ ਹੈ, ਫਿਰ ਗੱਲ ਬਣਦੀ ਹੈ। ਸੋ ਯਾਦ ਰੱਖ, ਮਹਾਨਤਾ ਧਿਆਨ ਦੀ ਹੈ। ਹਰ ਹਰ ਨਾਮ ਭਗਤ ਪ੍ਰਿਯ ਪ੍ਰੀਤਮ, ਸੁਖ ਸਾਗਰ ਉਰ ਧਾਰੇ। ਹਰੀ ਦਾ ਨਾਮ, ਪਿਆਰੇ ਪ੍ਰੀਤਮ ਦੀ ਭਗਤੀ ਕਰਨ ਨਾਲ ਜਿਹੜਾ ਸੁੱਖਾਂ ਦਾ ਸਾਗਰ ਪਰਮਾਤਮਾ ਨਾ ਉਰ ਧਾਰੇ, ਉਹ ਹਿਰਦੇ 'ਚ ਵਸ ਜਾਂਦਾ। ਕਿ ਜਦੋਂ ਮਨੁੱਖ ਨਾਮ ਜਪਦਾ ਹੈ, ਪਿਆਰ ਸਹਿਤ ਪਰਮਾਤਮਾ ਦੀ ਭਗਤੀ ਕਰਦਾ ਹੈ, ਤਾਂ ਪਰਮਾਤਮਾ ਜੋ ਸੁੱਖਾਂ ਦਾ ਸਾਗਰ ਹੈ ਉਰ ਧਾਰੇ, ਉਹ ਹਿਰਦੇ ਦੇ ਵਿੱਚ ਆ ਕੇ ਵਸ ਜਾਂਦਾ ਹੈ। ਭਗਤ ਵਛਲ ਜਗਜੀਵਨ ਦਾਤਾ, ਮਦ ਗੁਰਮਤਿ ਹਰਿ ਨਿਸਤਾਰੇ। ਭਗਤ ਵਛਲ, ਵਛਲ ਹੁੰਦਾ ਪਿਆਰ ਕਰਨ ਵਾਲਾ।
ਪਰਮਾਤਮਾ ਭਗਤੀ ਨੂੰ ਪਿਆਰ ਕਰਦਾ ਹੈ। ਭਾਵ ਜਿਹੜਾ ਵੀ ਭਗਤੀ ਕਰਦਾ ਪਰਮਾਤਮਾ ਉਹਨੂੰ ਪਿਆਰ ਕਰਦਾ ਹੈ। ਇਹ ਇੱਕ ਬੜੀ ਵੱਡੀ ਮਾਨਸਿਕ ਤਸੱਲੀ ਹੈ। ਜਦ ਤੁਸੀਂ ਭਜਨ ਬੰਦਗੀ ਕਰਦੇ ਹੋ ਤਾਂ ਇਹਦਾ ਮਤਲਬ ਤੁਹਾਨੂੰ ਪਰਮਾਤਮਾ ਪਿਆਰ ਕਰਦਾ ਹੈ। ਕਿਉਂ? ਤੁਸੀਂ ਦਾ ਹੁਕਮ ਮੰਨ ਰਹੇ ਹੋ, ਤੁਸੀਂ ਦਾ ਹੁਕਮ ਮੰਨ ਰਹੇ ਹੋ। ਨਾਨਕ ਏਕੋ ਹੁਕਮ ਹੈ ਸਤਿਗੁਰ ਦੀਆ ਬੁਝਾਏ ਜੀਓ। ਇੱਕੋ ਹੀ ਹੁਕਮ ਹੈ ਕਿ ਮੇਰਾ ਨਾਮ ਜਪਣਾ ਤੁਸੀਂ ਸੰਸਾਰ 'ਤੇ ਜਾ ਕੇ। ਬਸ ਪਰਮਾਤਮਾ ਦਾ ਇੱਕੋ ਹੀ ਹੁਕਮ ਹੈ ਕਿ ਤੁਸੀਂ ਮੇਰਾ ਨਾਮ ਜਪਣਾ ਸੰਸਾਰ 'ਤੇ ਜਾ ਕੇ। ਅਤੇ ਜਿਹੜਾ ਨਾਮ ਜਪਦਾ ਪਰਮਾਤਮਾ ਨੂੰ ਪਿਆਰ ਕਰਦਾ ਵੀ ਹਾਂ ਮੇਰੇ ਹੁਕਮ ਨੂੰ ਮੰਨ ਰਿਹਾ। ਜਿੱਦਾਂ ਵੀ ਆਪਾਂ ਹੁਕਮ ਮੰਨਾਂਗੇ ਉਹੀ ਸਾਨੂੰ ਪਿਆਰ ਕਰੇਗਾ। ਜੇ ਕਿਤੇ ਅਸੀਂ ਹੁਕਮ ਮੰਨਣ ਲੱਗ ਜਾਈਏ ਇੰਨੀ ਪੁਲਿਸ ਦੀ ਤਾਂ ਲੋੜ ਹੀ ਨਹੀਂ। ਪੁਲਿਸ ਦੀ ਕੀ ਲੋੜ ਹੈ ਜੇ ਅਸੀਂ ਠੀਕ ਹੋਈਏ? ਤੇ ਅਸੀਂ ਠੀਕ ਹੀ ਨਹੀਂ। ਪਹਿਲਾਂ ਬਿਹਾਰ ਬਦਨਾਮ ਸੀ ਗੁੰਡਾਗਰਦੀ ਦੇ ਵਿੱਚ, ਪਰ ਮੈਂ ਬਿਹਾਰ ਗਿਆ, ਜਿੰਨੀ ਪੁਲਿਸ ਪੰਜਾਬ 'ਚ ਇੰਨੀ ਬਿਹਾਰ 'ਚ ਨਹੀਂ। ਹਾਲਾਂਕਿ ਬਿਹਾਰ ਬਹੁਤ ਵੱਡਾ, ਉੱਥੇ ਬਹੁਤ ਘੱਟ ਪੁਲਿਸ ਹੈ। ਇਹਦਾ ਪੰਜਾਬ ਦੇ ਲੋਕ ਦਿਨੋਂ ਦਿਨ ਬਦਮਾਸ਼ ਹੋਈ ਜਾ ਰਹੇ ਨੇ, ਘਟੀਆ ਹੋਈ ਜਾ ਰਹੇ ਨੇ, ਲੁਟੇਰੇ ਹੋਈ ਜਾ ਰਹੇ ਨੇ, ਕਾਤਲ ਹੋਈ ਜਾ ਰਹੇ ਹਨ, ਲੜਾਈਆਂ ਝਗੜੇ ਕਰਦੇ ਨੇ। ਇਸ ਲਈ ਇੰਨੀ ਪੁਲਿਸ ਹੋ ਗਈ। ਔਰ ਕਿਸੇ ਚੌਂਕ 'ਤੇ ਲੰਘ ਜਾਓ 10-10 15-15 ਖੜ੍ਹੇ ਹੁੰਦੇ ਨੇ, ਹਰਲ ਹਰਲ ਕਰਦੀ ਹੈ ਪੁਲਿਸ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਨਾ ਉਹਨੂੰ ਫਿਰ ਪਰਮਾਤਮਾ ਪਿਆਰ ਕਰਦਾ। ਭਗਤ ਵਛਲ ਜਗ ਜੀਵਨ ਦਾਤਾ। ਜਗ ਜੀਵਨ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਭਗਤੀ ਨੂੰ ਪਿਆਰ ਕਰਦਾ ਹੈ, ਸੰਸਾਰ ਨੂੰ ਜੀਵਨ ਦੇਣ ਵਾਲਾ ਹੈ। ਮਤ ਗੁਰਮਤ ਹਰ ਨਿਸਤਾਰੇ। ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਦੇ ਹਾਂ ਨਾ ਪਰਮਾਤਮਾ ਸਾਡਾ ਪਾਰ ਉਤਾਰਾ ਕਰ ਦਿੰਦਾ ਹੈ। ਗੁਰੂ ਦੀ ਮੱਤ ਅਨੁਸਾਰ ਕਰਮ ਕਰਨੇ ਨੇ ਅਤੇ ਸਾਰੀ ਬਾਣੀ ਗੁਰੂ ਦੀ ਮੱਤ ਹੈ। ਬਾਣੀ ਅਨੁਸਾਰ ਜੀਵਨ ਜਿਉਣਾ ਹੈ ਅਤੇ ਨਾਮ ਜਪੀ ਜਾਣਾ। ਬਸ ਪਰਮਾਤਮਾ ਆਪੇ ਹੀ ਸਾਡਾ ਪਾਰ ਉਤਾਰਾ ਕਰ ਦੇਗਾ। ਪਹਿਲਾਂ ਜੀਵਨ ਨੂੰ ਸਹੀ ਕਰਨਾ। ਪਹਿਲੇ ਨੰਬਰ 'ਤੇ ਜੀਵਨ ਸਹੀ ਕਰੋ, ਦੂਜੇ ਨੰਬਰ 'ਤੇ ਭਜਨ ਬੰਦਗੀ ਕਰੋ। ਭਜਨ ਬੰਦਗੀ ਨੂੰ ਫਲ ਹੀ ਤਾਂ ਲੱਗਣਾ ਜੇ ਸਾਡਾ ਜੀਵਨ ਸਹੀ ਹੈ। ਜੇ ਸਾਡਾ ਜੀਵਨ ਹੀ ਨਹੀਂ ਸਹੀ ਭਜਨ ਬੰਦਗੀ ਨੂੰ ਫਲ ਨਹੀਂ ਲੱਗਦਾ। ਅਸੀਂ ਆਪਣੇ ਜੀਵਨ ਨੂੰ ਸਹੀ ਕਰਨਾ ਕਿ ਕੀ ਅਸੀਂ ਮਨ ਕਰਕੇ, ਤਨ ਕਰਕੇ ਜਾਂ ਧਨ ਕਰਕੇ ਕਿਸੇ ਦਾ ਨੁਕਸਾਨ ਤਾਂ ਨਹੀਂ ਕਰ ਰਹੇ। ਤੁਸੀਂ ਕਹੋ ਮਨ ਕਰਕੇ ਕਿਵੇਂ ਨੁਕਸਾਨ ਹੁੰਦਾ? ਮੈਂ ਕਿਸੇ ਨੂੰ ਕੌੜੇ ਬਚਨ ਬੋਲਦੇ ਉਹਦਾ ਮਨ ਦੁੱਖ ਗਿਆ ਹੈ। ਇਸ ਲਈ ਕੌੜੇ ਕਿਸੇ ਦਾ ਮਨ ਨਹੀਂ ਦੁਖਾਉਣਾ। ਦੂਜਾ ਕਿਸੇ ਦੇ ਤਨ ਦਾ ਨੁਕਸਾਨ ਨਹੀਂ ਕਰਨਾ, ਕੋਈ ਸੱਟ ਫੇਟ ਨਹੀਂ ਮਾਰਨੀ, ਕੋਈ ਕਤਲ ਨਹੀਂ ਕਰਨਾ। ਤੀਸਰਾ ਧਨ, ਕਿਸੇ ਦਾ ਧਨ ਦਾ ਨੁਕਸਾਨ ਨਹੀਂ ਕਰਨਾ, ਕੋਈ ਚੋਰੀ ਨਹੀਂ ਕਰਨੀ, ਕੋਈ ਡਾਕਾ ਨਹੀਂ ਮਾਰਨਾ, ਕੋਈ ਠੱਗੀ ਨਹੀਂ ਕਰਨੀ, ਕੋਈ ਮਿਲਾਵਟ ਨਹੀਂ ਕਰਨੀ, ਕੋਈ ਧੋਖਾ ਧੜੀ ਨਹੀਂ ਕਰਨੀ। ਜਦੋਂ ਅਸੀਂ ਕਿਸੇ ਦਾ ਮਨ ਕਰਕੇ, ਤਨ ਕਰਕੇ ਅਤੇ ਧਨ ਕਰਕੇ ਨੁਕਸਾਨ ਨਹੀਂ ਕਰਾਂਗੇ ਇਹਦਾ ਮਤਲਬ ਸਾਡਾ ਜੀਵਨ ਸਹੀ ਚੱਲ ਰਿਹਾ ਹੈ। ਸਹੀ ਜੀਵਨ ਜਦੋਂ ਹੈਗਾ ਫਿਰ ਭਜਨ ਬੰਦਗੀ ਕਰੋਗੇ ਉਹ ਲੇਖੇ 'ਚ ਪਏਗੀ, ਫਿਰ ਤੁਹਾਡੀ ਆਤਮਿਕ ਅਵਸਥਾ ਉੱਚੀ ਹੋਵੇਗੀ। ਸੋ ਪਹਿਲਾਂ ਜੀਵਨ ਸਹੀ ਕਰਨਾ। ਗੁਰੂਆਂ ਦੇ ਜੀਵਨ ਸੁਣਦੇ ਰਹਿੰਦੇ ਹੋ, ਪੜ੍ਹਦੇ ਰਹਿੰਦੇ ਹੋ। ਜਿਸ ਕੋਲੇ ਗੁਰੂ ਮਹਾਰਾਜ ਗਏ ਜਾਂ ਜਿਹੜਾ ਵੀ ਗੁਰੂ ਮਹਾਰਾਜ ਕੋਲੇ ਆਇਆ ਪਹਿਲਾਂ ਗੁਰੂ ਮਹਾਰਾਜ ਦੇ ਜੀਵਨ ਨੂੰ ਸਹੀ ਕੀਤਾ, ਉਸ ਤੋਂ ਬਾਅਦ ਉਹਨੂੰ ਨਾਮ ਦੀ ਦਾਤ ਦਿੱਤੀ ਹੈ। ਚਾਹੇ ਉਹ ਸੱਜਣ ਠੱਗ ਸੀ ਅਤੇ ਚਾਹੇ ਕੌਡੇ ਰਾਖਸ਼ ਵਰਗੇ ਸਨ, ਕੋਈ ਵੀ ਸੀ। ਜਿੱਥੇ ਵੀ ਗੁਰੂ ਮਹਾਰਾਜ ਗਏ ਪਹਿਲਾਂ ਉਹਨਾਂ ਨੂੰ ਸਹੀ ਕੀਤਾ। ਜਿਹੜਾ ਗੁਰੂ ਮਹਾਰਾਜ ਕੋਲ ਹੈ ਉਹਨੂੰ ਸਹੀ ਕੀਤਾ, ਫਿਰ ਉਹਨੂੰ ਨਾਮ ਦੀ ਦਾਤ ਦਿੱਤੀ। ਇਸ ਲਈ ਪਹਿਲਾਂ ਅਸੀਂ ਆਪਣੇ ਜੀਵਨ ਨੂੰ ਸਹੀ ਕਰਨਾ। ਇਹ ਕੋਈ ਅੰਮ੍ਰਿਤ ਛਕਣ 'ਚ ਕਾਹਲ ਨਹੀਂ ਕਰੀਦੀ ਹੁੰਦੀ। ਵੀ ਆਪਾਂ ਸੁਣਦੇ ਰਹੇ ਅੰਮ੍ਰਿਤ ਛਕ ਲਓ ਜੀ, ਅੰਮ੍ਰਿਤ ਛਕ ਲਓ ਜੀ, ਗੁਰੂ ਵਾਲੇ ਹੋ ਜਾਓ, ਚੰਗੀ ਗੱਲ ਹੈ।
ਪਰ ਪਹਿਲਾਂ ਆਪਣੇ ਆਪ ਨੂੰ ਸਹੀ ਕਰ ਲਓ। ਅੱਗੇ ਕਹਿੰਦੇ ਮਨ ਸਿਉ ਜੂਝ ਮਰੈ ਪ੍ਰਭ ਪਾਏ, ਮਨਸਾ ਮਨੈ ਸਮਾਏ। ਜੂਝ ਹੁੰਦਾ ਲੜਾਈ ਕਰਨਾ, ਜੂਝਣਾ, ਜਿਵੇਂ ਲੜਾਈ ਦੇ ਮੈਦਾਨ ਜਿਹੜਾ ਜੂਝਦਾ ਨਾ, ਦੁਸ਼ਮਣ ਦਾ ਮੁਕਾਬਲਾ ਕਰਦਾ। ਅਸੀਂ ਮਨ ਨਾਲ ਜੂਝਣਾ। ਮਨ ਕੀ ਕਰਦਾ? ਮਨ ਲੋਚੈ ਬੁਰਿਆਈਆਂ। ਮਨ ਦਾ ਤਾਂ ਕੰਮ ਹੀ ਇਹ। ਅਤੇ ਮਹਾਂਪੁਰਖ ਕਹੇ ਗੁਰ ਸ਼ਬਦੀ ਮਨ ਹੋੜੀਐ। ਬਾਣੀ ਰਾਹੀਂ ਅਤੇ ਨਾਮ ਰਾਹੀਂ ਮਨ ਨੂੰ ਰੋਕਣਾ ਹੈ। ਇਹ ਤਾਂ ਹਰ ਵਕਤ ਬੁਰਾਈ ਸੋਚਦਾ ਰਹਿੰਦਾ ਹੈ। ਹੁਣ ਮਨ ਨਾਲ ਲੜਨ ਦਾ ਕੀ ਮਤਲਬ? ਉੱਥੇ ਕੋਈ ਘਸੁੰਨੋ ਮੁੱਕੀ ਨਹੀਂ ਹੋਣਾ। ਕਿਹੜਾ ਬੰਦਾ ਸਾਹਮਣੇ, ਉਹ ਕਿਹੜਾ ਦਿਸਦਾ ਹੈ? ਨਾ ਮਨ ਦਿਸੇ, ਨਾ ਆਤਮਾ ਦਿਸੇ, ਨਾ ਰੱਬ ਦਿਸੇ, ਪਰ ਉਹ ਜੀ ਤਿੰਨੋਂ ਚੀਜ਼ਾਂ ਹੈਗੀਆਂ। ਮਨ ਵੀ ਹੈ, ਆਤਮਾ ਵੀ ਹੈ, ਰੱਬ ਵੀ ਹੈ, ਪਰ ਇਹ ਦਿਸਦਾ ਨਹੀਂ ਹੈ ਜੀ। ਇਸ ਲਈ ਇਹਨਾਂ ਨਾਲ ਘਸੁੰਨੋ ਮੁੱਕੀ ਨਹੀਂ ਹੋਇਆ ਜਾ ਸਕਦਾ। ਜਿਹੜਾ ਦਿਸ ਰਿਹਾ ਉਹ ਤਾਂ ਜਿਹੜਾ ਕੁੱਟ ਕੱਟ ਕਰ ਸਕਦੇ ਆ, ਡਾਂਗ ਮਾਰ ਸਕਦੇ, ਕਤਲ ਕਰ ਸਕਦੇ, ਸਭ ਕੁਝ ਕਰ ਸਕਦੇ। ਇਹ ਤਾਂ ਦਿਸਦੇ ਹੀ ਨਹੀਂ। ਇਹ ਤਾਂ ਸੂਖਸ਼ਮ ਚੀਜ਼ਾਂ ਨੇ। ਮਨ ਨੂੰ ਰੋਕਣਾ ਹੈ। ਮਨ ਬੜਾ ਕੁਛ ਕਹਿੰਦਾ ਹੈ, ਕਿਉਂਕਿ ਗੁਰਬਾਣੀ ਕਹਿੰਦੀ ਹੈ ਮਨ ਜਿਹੜਾ ਹੈ ਇਹ ਖੁਟਰ ਹੈ। ਖੁਟਰ ਮੈਨੇ ਖੋਟਾ। ਜਿਵੇਂ ਕੋਈ ਖੋਟਾ ਬੰਦਾ ਹੋਵੇ ਉਹਨੇ ਸਾਨੂੰ ਕਦੇ ਖਰੀ ਗੱਲ ਨਹੀਂ ਕਹਿਣੀ। ਭੈੜਾ ਬੰਦਾ ਕਦੇ ਸਾਨੂੰ ਚੰਗੀ ਸਲਾਹ ਨਹੀਂ ਦੇਵੇਗਾ। ਅਤੇ ਮਨ ਅੱਜ ਦਾ ਭੈੜਾ ਨਹੀਂ, ਜਨਮ ਜਨਮ ਕੀ ਇਸ ਮਨ ਕੋ ਮੌਲ ਲੱਗੀ। ਇਹ ਤਾਂ ਜਨਮਾਂ ਜਨਮਾਂਤਰਾਂ ਤੋਂ ਭੈੜਾ ਹੈ। ਅਤੇ ਜਿਹਨੂੰ ਕਈ ਜਨਮ ਬੁਰਾਈ ਕਰਦਿਆਂ ਲੰਘ ਗਏ, ਹੁਣ ਉਹਦੇ ਚੰਗਾ ਹੋਣ ਦੀ ਬੜੀ ਘੱਟ ਸੰਭਾਵਨਾ ਹੁੰਦੀ ਅਤੇ ਬੜਾ ਸਮਾਂ ਲੱਗਦਾ ਸੀ। ਇਸ ਲਈ ਮਨ ਨੇ ਤਾਂ ਸਾਨੂੰ ਮਾੜੇ ਕੰਮਾਂ ਵੱਲ ਪ੍ਰੇਰਦੇ ਰਹਿਣਾ ਹੈ। ਜੋ ਖਿਆਲ ਆ ਰਿਹਾ ਉਹਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖਣਾ ਕਿ ਜਿਹੜਾ ਖਿਆਲ ਆ ਰਿਹਾ ਕੀ ਇਹ ਠੀਕ ਹੈ। ਵੈਸੇ ਅਸੀਂ ਇੰਨੇ ਕੁ ਤਾਂ ਸਿਆਣੇ ਹੋ ਚੁੱਕੇ ਹਾਂ, ਸਾਨੂੰ ਪਤਾ ਲੱਗ ਜਾਵੇ ਕਿ ਜਿਹੜਾ ਖਿਆਲ ਹੈ ਠੀਕ ਹੈ ਕਿ ਗਲਤ ਹੈ। ਪਹਿਲਾਂ ਤਾਂ ਇਹ ਨਿਰਣਾ ਕਰਨਾ ਵੀ ਜੋ ਮੈਂ ਕਰ ਰਿਹਾ ਕੀ ਇਹ ਠੀਕ ਹੈ ਕਿ ਗਲਤ ਹੈ, ਇਹ ਨਿਰਣਾ ਕਰਨਾ। ਫਿਰ ਜੇ ਗਲਤ ਹੈ ਉਹਨੂੰ ਤਿਆਗਣਾ ਹੈ, ਸਹੀ ਨੂੰ ਕਰਨਾ ਹੈ। ਔਖਾ ਜ਼ਰੂਰ ਹੁੰਦਾ ਹੈ, ਪਰ ਕੋਈ ਚੀਜ਼ ਅਸੰਭਵ ਨਹੀਂ ਹੁੰਦੀ। ਬੁਰਾਈ ਛੱਡਣੀ ਔਖੀ ਜ਼ਰੂਰ ਹੁੰਦੀ ਹੈ, ਪਰ ਉਹਨੂੰ ਅਸੀਂ ਅਸੰਭਵ ਨਹੀਂ ਕਹਿ ਸਕਦੇ। ਇੱਕ ਬੰਦਾ ਸ਼ਰਾਬ ਪੀਂਦਾ ਹੈ, ਜੇ ਉਹ ਛੱਡਣਾ ਚਾਹੇ ਛੱਡ ਸਕਦਾ ਹੈ। ਉਹ ਪਹਿਲਾਂ ਆਪਣੇ ਵੈਸ਼ਨੂੰ ਰਿਸ਼ਤੇਦਾਰਾਂ ਨੂੰ ਦੇਖੇ ਵੀ ਕਿਹੜੇ ਵੈਸ਼ਨੂੰ ਨੇ, ਉਹਨਾਂ ਨੂੰ ਬੇਨਤੀ ਕਰੇ ਕਿ ਮੈਂ ਸ਼ਰਾਬ ਛੱਡਣੀ ਹੈ, ਪਰ ਮੈਂ ਆਪਣੇ ਜਿੰਨਾ ਚਿਰ ਸਾਥੀਆਂ ਤੋਂ ਅਲੱਗ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਮੈਂ ਛੱਡ ਸਕਦਾ। ਮੈਂ ਤੁਹਾਡੇ ਕੋਲ ਮਹੀਨਾ ਕੁ ਰਹਿਣਾ ਅਤੇ ਤੁਸੀਂ ਮੈਨੂੰ ਕਿਸੇ ਵੀ ਹਾਲਤ ਵਿੱਚ ਬਾਜ਼ਾਰ ਨਹੀਂ ਜਾਣ ਦੇਣਾ। ਚਾਹੇ ਮੈਂ ਨਾਰਾਜ਼ ਹੋਵਾਂ ਤਾਂ ਕੁਛ ਹੋਈ ਜਾਵਾਂ, ਚਾਹੇ ਤੁਹਾਨੂੰ ਬੰਨ੍ਹ ਕੇ ਰੱਖਣਾ ਪਏ, ਮੈਨੂੰ ਬਾਜ਼ਾਰ ਨਹੀਂ ਮੈਨੂੰ ਜਾਣ ਦੇਣਾ। ਜਦੋਂ 1 ਮਹੀਨਾ ਉਹ ਛੱਡ ਜਾਵੇਗਾ, ਫਿਰ ਉਹਨੂੰ ਸਮਝਾਉਣਾ ਹੈ ਭਾਈ ਕਾਕਾ ਤੂੰ 1 ਮਹੀਨਾ ਛੱਡ ਕੇ ਨਹੀਂ ਨਾ ਮਰਿਆ, ਅਤੇ ਫਿਰ ਇਹਨੂੰ ਛੱਡ ਕੇ ਤੂੰ ਮਰੇਗਾ ਨਹੀਂ, ਛੱਡ ਦੇ ਇਸ ਨੂੰ। ਅਤੇ ਹੌਲੀ ਹੌਲੀ ਫਿਰ ਉਹ ਛੱਡ ਦੇਗਾ, ਕਿਉਂਕਿ ਉਹਨੂੰ ਪਹਿਲੀ ਹਾਲਾਤ 'ਚੋਂ ਬਾਹਰ ਕੱਢਣਾ ਪੈਣਾ। ਅਗਰ ਉਹੀ ਆਪਣੇ ਦੋਸਤਾਂ ਦੇ ਵਿੱਚ ਰਹਿੰਦਾ ਹੈ, ਉਹ ਫਿਰ ਪੀਣ ਲੱਗ ਜਾਏਗਾ। ਸੰਗਤ ਬਦਲਣਾ ਜ਼ਰੂਰੀ ਹੁੰਦਾ ਹੈ। ਜਦੋਂ ਅਸੀਂ ਕਿਸੇ ਬੁਰਾਈ ਨੂੰ ਛੱਡਣੀ ਹੈ ਤਾਂ ਜ਼ਰੂਰ ਬੁਰੇ ਪਾਸੇ ਸਾਨੂੰ ਕਿਸੇ ਬੁਰੇ ਬੰਦੇ ਨੇ ਲਾਇਆ, ਚੰਗੇ ਪਾਸੇ ਵੀ ਸਾਨੂੰ ਕੋਈ ਚੰਗਾ ਬੰਦਾ ਲਾਵੇਗਾ। ਚੰਗਿਆਂ ਦੀ ਸੰਗਤ ਕਰਨੀ ਹੈ। ਆ ਸਤ ਸੰਗਤ ਇਸੇ ਲਈ ਹੈ। ਤੁਸੀਂ ਸਤ ਸੰਗਤ ਕਰਦੇ ਰਹੋ, ਕੁਸੰਗਤ ਤੋਂ ਆਪੇ ਬਚ ਜਾਓਗੇ। ਛੱਡਿਆ ਜਾਂਦਾ ਜੇ ਮਨੁੱਖ ਛੱਡਣ 'ਤੇ ਹੀ ਆ ਜਾਵੇ। ਪਰ ਜੇ ਕੋਈ ਇੱਕ ਜਿਵੇਂ ਮੈਨੂੰ ਕਹਿੰਦਾ ਬਾਬਾ ਜੀ ਮੈਂ ਛੱਡਣੀ ਚਾਹੁੰਦਾ, ਮੈਂ ਇੱਥੇ ਨਹੀਂ ਤੂੰ ਛੱਡ ਸਕਦਾ, ਤੂੰ ਤਾਂ ਘਰ ਦੇ ਭਾਂਡੇ ਵੇਚਦੇ ਸਾਰੇ, ਤੇਰੀ ਮਾਂ ਰੋਜ਼ ਪਿੱਟਦੀ ਮੈਨੂੰ।
ਵੇ ਕੁਛ ਵੀ ਚੀਜ਼ ਘਰ 'ਚ ਨਹੀਂ ਰਹਿਣ ਦਿੰਦਾ। ਬਲਬ ਮਿਲਦਾ, ਬਲਬ ਵੀ ਲਾ ਕੇ ਵੇਚ ਆਉਂਦਾ। ਦੱਸ ਕਿਆ ਕਰੇ, ਕਹਿੰਦਾ ਕਰ ਭਾਂਡੇ ਵੇਚ ਦਿੰਦਾ। ਮੈਂ ਭਾਈ ਜਿੰਨਾ ਚਿਰ ਤੂੰ ਇੱਥੇ ਰਹੇਂਗਾ ਤੂੰ ਨਹੀਂ ਛੱਡ ਸਕਦਾ। ਤੈਨੂੰ ਕੋਈ ਮਹੀਨਾ 2 ਮਹੀਨੇ ਥਾਂ ਬਦਲਣੀ ਪੈਣੀ ਹੈ। ਅਜਿਹੀ ਥਾਂ 'ਤੇ ਜਾਣਾ ਪੈਣਾ ਜਿੱਥੇ ਪੀਣ ਵਾਲੇ ਨਹੀਂ ਹੈਗੇ। ਇਹੋ ਜਿਹਾ ਪਰਿਵਾਰ ਲੱਭ, ਇਹੋ ਜਿਹਾ ਰਿਸ਼ਤੇਦਾਰ ਕੋਈ ਲੱਭ, ਉੱਥੇ ਮਹੀਨਾ 2 ਮਹੀਨੇ ਜਾ ਕੇ ਰਹਿ ਤਾਂ ਜੋ ਤੂੰ ਇਸ ਨੂੰ ਛੱਡ ਸਕੇ। ਸੋ ਇਹ ਹੈ ਮਨ ਨਾਲ ਜੂਝਣਾ, ਮਨ ਨੂੰ ਮਾੜੇ ਪਾਸੇ ਰੋਕ ਕੇ ਰੱਖਣਾ। ਮਨ ਸਿਓ ਜੂਝ ਮਰੈ ਪ੍ਰਭ ਪਾਏ। ਜਿਹੜਾ ਮਨ ਨਾਲ ਲੜਦਾ ਰਹਿੰਦਾ ਨਾ, ਇੱਕ ਦਿਨ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ। ਮਨਸਾ ਮਨੈ ਸਮਾਏ, ਅਤੇ ਉਹਦੀ ਜਿਹੜੀ ਇੱਛਾ ਹੈ ਉਹ ਮਨ ਦੇ 'ਚ ਖਤਮ ਹੋ ਜਾਂਦੀ ਹੈ। ਇੱਛਾ ਖਤਮ ਹੋ ਜਾਂਦੀ ਹੈ, ਉਹ ਮਨ ਨਾਲ ਲੜਾਈ ਕਰਕੇ ਅਖੀਰ ਨੂੰ ਮਨ ਨੂੰ ਕਾਬੂ ਕਰ ਲੈਂਦਾ ਅਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਵ ਮਨ ਦੇ ਪਿੱਛੇ ਨਹੀਂ ਲੱਗਦਾ, ਮਨ ਦੇ ਆਖੇ ਨਹੀਂ ਲੱਗਦਾ। ਜਿਵੇਂ ਇੱਕ ਮੈਨੂੰ ਕਿਹਾ, ਤੁਸੀਂ ਕਹਿੰਦੇ ਜੀ ਤੁਹਾਨੂੰ ਭਰਾ ਤੁਹਾਡੇ ਨੇ ਕਿਹਾ ਕਿ ਮੇਰੀ 3 ਗੱਲਾਂ ਯਾਦ ਰੱਖੀ। ਹਾਂ, ਮੈਨੂੰ ਹੁਣ ਵੀ ਯਾਦ ਨੇ। ਇਹ ਦੂਜੀ ਜਮਾਤ ਦੀ ਗੱਲ ਹੈ, 1952 ਦੀ, ਅਤੇ ਅੱਜ 22 ਸਾਲ ਹੋ ਗਿਆ, ਮੁੱਦਤਾਂ ਹੋ ਗਈ ਇਸ ਗੱਲ। ਉਹਨੇ ਮੈਨੂੰ ਕਿਹਾ ਸੀ, ਮਾਂ ਪਿਓ ਜੋ ਕਹੇ ਉਹ ਗੱਲ ਮੰਨ ਲੈਣੀ ਹੈ। ਜੋ ਕਹੇ ਨਾ ਚੰਗਾ ਜੀ ਕਰ ਦਿੰਦੇ ਹਾਂ ਜੀ। ਟੀਚਰ ਜੋ ਕਹੇ ਉਸ ਨੂੰ ਨਾ ਨਹੀਂ ਕਰਨੀ ਹੈ। ਜਦੋਂ ਤੂੰ ਨੌਕਰੀ 'ਤੇ ਲੱਗ ਜੇ, ਅਫਸਰ ਜਿਹੜਾ ਤੈਨੂੰ ਜੋ ਕਹੇ ਉਹ ਕਰਨਾ। ਪਰ ਨਾਲ ਉਹਨੇ ਕਿਹਾ, ਪਰ ਜੇ ਤੇਰਾ ਅਫਸਰ ਤੇਰੇ ਤੋਂ ਕੋਈ ਗਲਤ ਕੰਮ ਕਰਾਉਂਦਾ, ਉਹਨੂੰ ਪੋਲਾਈਟਲੀ ਨਿਮਰਤਾ ਨਾਲ ਕਹਿ ਦੇਣਾ, ਦੇਖੋ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ, ਹੋਰ ਜਿਹੜਾ ਮਰਜ਼ੀ ਕਰਾ ਲਓ। ਉਹਨੂੰ ਇਹ ਨਹੀਂ ਕਿ ਉਹਦੀ ਗਲਤ ਗੱਲ ਹੈ ਤੁਸੀਂ ਉਸ ਨੂੰ ਮੰਨੋ, ਇਸ ਤਰ੍ਹਾਂ ਤੁਹਾਨੂੰ ਨੁਕਸਾਨ ਹੋਏਗਾ। ਠੀਕ ਨੂੰ ਮੰਨੋ, ਠੀਕ ਹੈ ਜ਼ਰੂਰ ਮੰਨੋ, ਨਾ ਨਹੀਂ ਕਰਨੀ ਹੈ। ਅਤੇ ਮੈਂ ਜਿਹੜਾ ਹੈ ਦੇਖੋ 37 ਸਾਲ ਸਰਵਿਸ ਕੀਤੀ, ਪੜ੍ਹਾਈ ਕਰਦਾ ਰਿਹਾ। ਮਾਂ ਪਿਓ ਤੋਂ ਵੀ ਅਸੀਸਾਂ ਮਿਲੀਆਂ, ਟੀਚਰਾਂ ਤੋਂ ਵੀ ਬਹੁਤ ਪਿਆਰ ਮਿਲਿਆ। 16 ਅਫਸਰਾਂ ਦੇ ਨਾਲ ਮੈਂ ਕੰਮ ਕੀਤਾ, ਕਿਸੇ ਨੂੰ ਕੋਈ ਇਤਰਾਜ਼ ਹੀ ਨਹੀਂ ਕਦੇ ਹੋਇਆ, ਬੜਾ ਸਤਿਕਾਰ ਕੀਤਾ। ਹੁਕਮ ਮੰਨਣ ਵਾਲੀ ਹੁੰਦਾ। ਇਸ ਤਰ੍ਹਾਂ ਜੇ ਅਸੀਂ ਗੁਰੂ ਦਾ ਹੁਕਮ ਮੰਨਾਂਗੇ ਫਿਰ ਗੁਰੂ ਮਹਾਰਾਜ ਵੀ ਖੁਸ਼ ਹੋਣਗੇ, ਜਿਹਦਾ ਵੀ ਹੁਕਮ ਮੰਨਾਂਗੇ ਉਹੀ ਖੁਸ਼ ਹੁੰਦਾ। ਨਾਨਕ ਕਿਰਪਾ ਕਰੇ ਜਗਜੀਵਨ। ਜਦੋਂ ਕੱਕੇ ਦੇ ਪੈਰ 'ਚ ਰਾਰਾ ਹੁੰਦਾ ਫਿਰ ਹਿੰਦੀ ਦਾ ਸ਼ਬਦ ਹੁੰਦਾ, ਹਿੰਦੀ ਦੇ ਕਿਰਪਾ, ਅਤੇ ਜਦ ਰਾਰਾ ਪੂਰਾ ਹੋਵੇ ਫਿਰ ਉਹ ਪੰਜਾਬੀ ਦਾ ਫਿਰ ਹੁੰਦਾ ਕਿਰਪਾ। ਜੇ ਰਾਰਾ ਪੂਰਾ ਦਾ ਪਾਪਾ ਪੜ੍ਹਦੇ ਨਾਨਕ ਕਿਰਪਾ ਕਰੇ ਜਗਜੀਵਨ। ਹੁਣ ਕੱਕੇ ਦੇ ਪੈਰ 'ਚ ਰਾਰਾ, ਹੁਣ ਹਿੰਦੀ ਦਾ ਹੋ ਗਿਆ, ਪੜ੍ਹਨੇ ਕਿਰਪਾ। ਅਰਥ ਉਹੀ ਹੈ, ਨਾਨਕ ਕਿਰਪਾ ਕਰੇ ਜਗਜੀਵਨ ਸਹਿਜ ਭਾਏ ਲਿਵ ਲਾਏ। ਤੁਸੀਂ ਕਹੋ ਜੀ ਰਾਰਾ ਪੂਰਾ ਕਿਉਂ ਨਹੀਂ ਗੁਰੂ ਮਹਾਰਾਜ ਨੇ ਪਾਇਆ? ਇਹ ਕੀਰਤਨ ਕਰਨਾ ਸੀ। ਕਿਰਪਾ ਇਹਨੂੰ ਜ਼ਿਆਦਾ ਸਮਾਂ ਲੱਗਦਾ ਹੈ, ਕਿਰਪਾ ਥੋੜ੍ਹਾ ਸਮਾਂ ਲੱਗਦਾ। ਇਹ ਕੀਰਤਨ ਦੇ ਪੁਆਇੰਟ ਤੋਂ ਸਪੈਲਿੰਗ ਰੱਖੇ ਗੁਰੂ ਮਹਾਰਾਜ ਨੇ। ਨਾਨਕ ਕਿਰਪਾ ਕਰੇ ਜਗਜੀਵਨ। ਜਗਜੀਵਨ ਭਾਵ ਪਰਮਾਤਮਾ। ਜਦੋਂ ਪਰਮਾਤਮਾ ਕਿਰਪਾ ਕਰਦਾ ਨਾ, ਸਹਿਜ ਭਾਏ ਲਿਵ ਲਾਏ। ਸਹਿਜ ਸੁਭਾਈ ਮਨੁੱਖ ਦੀ ਲਿਵ ਲੱਗ ਜਾਂਦੀ ਹੈ। ਭਾਵ ਬੜੇ ਧਿਆਨ ਦੇ ਨਾਲ ਫਿਰ ਭਜਨ ਬੰਦਗੀ ਕਰਦਾ, ਉਹਦਾ ਧਿਆਨ ਇੱਧਰ ਉੱਧਰ ਨਹੀਂ ਜਾਂਦਾ। ਜਦੋਂ ਸਾਡਾ ਧਿਆਨ ਇੱਧਰ ਉੱਧਰ ਨਾ ਜਾਵੇ, ਉਹਨੂੰ ਕਹਿੰਦੇ ਲਿਵ ਲੱਗ ਗਈ। ਆਸਾ ਮਹਿਲਾ ਪਹਿਲਾ। ਕਿਸ ਕੋ ਕਹੇਂ ਸੁਣਾਵੇਂ ਕਿਸ ਕੋ, ਕਿਸ ਸਮਝਾਵੇਂ ਸਮਝ ਰਹੇ, ਕਿਸੈ ਪੜ੍ਹਾਵੇਂ ਪੜ੍ਹ ਗੁਣ ਬੂਝੇ, ਸਤਿਗੁਰ ਸ਼ਬਦ ਸੰਤੋਖ ਰਹੇ। ਜਿਹੜੇ ਸਤਿਗੁਰ ਸ਼ਬਦ ਸੰਤੋਖ ਰਹੇ, ਜਿਹੜੇ ਗੁਰੂ ਦੇ ਸ਼ਬਦ ਰਾਹੀਂ, ਪਰਮਾਤਮਾ ਦੇ ਨਾਮ ਰਾਹੀਂ, ਗੁਰੂ ਦੀ ਬਾਣੀ ਰਾਹੀਂ ਸਬਰ ਸੰਤੋਖ 'ਚ ਆ ਗਏ ਨਾ, ਕਿਉਂ ਕੋਈ ਤਾਂ ਸਬਰ ਸੰਤੋਖ ਮਿਲਦਾ ਨਹੀਂ ਹੈ।
ਤੇ ਬਿਨਾਂ ਸੰਤੋਖ ਨਾ ਕੋ ਰਾਜੇ। ਤੇ ਜਿੰਨੇ ਚਿਰ ਸਬਰ ਸੰਤੋਖ ਨੇ ਉਹਨਾਂ ਚਿਰ ਮਨ ਰਾਜਦਾ ਨਹੀਂ ਹੈ, ਚਾਹੇ ਅਰਬਾਂ ਰੁਪਈਏ ਹੋ। ਅਡਾਨੀ ਅਬਾਨੀ ਦੇ ਕਿਹੜਾ ਮਨ ਰੱਜਿਆ? ਇੰਨੇ ਅਮੀਰ ਬੰਦੇ ਨੇ, ਅਰਬਾਂ ਖਰਬਾਂ ਰੁਪਈਏ ਕੋਲ ਨੇ, ਮਨ ਨਹੀਂ ਰੱਜਿਆ ਕਰਦਾ। ਇੱਕ ਮੈਨੂੰ ਕਹਿੰਦੇ ਮੇਰੇ ਕਰੋੜ ਦੀ ਲਾਟਰੀ ਨਿਕਲਾ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਮੈਂ ਭੁਲੇਖਿਆ ਤੈਨੂੰ, ਤੂੰ ਅਜੇ ਗਰੀਬ ਹੈ, ਤੈਨੂੰ ਕਰੋੜ ਬਹੁਤ ਲੱਗਦਾ ਹੈ। ਜੇ ਤੂੰ ਕਰੋੜਪਤੀ ਹੋ ਜਾਏਗਾ ਥੋੜ੍ਹਾ ਲੱਗਣ ਲੱਗ ਜਾਏਗਾ। ਇਹ ਤੇ ਸੰਤੋਖ ਜਿਹੜਾ ਹੈ ਇਹ ਨਾਮ ਤੋਂ ਬਿਨਾਂ ਨਹੀਂ ਆਉਂਦਾ। ਕਈਆਂ ਨੂੰ ਸ਼ੁਰੂ 'ਚ ਹੀ ਸਬਰ ਸੰਤੋਖ ਹੁੰਦਾ, ਪਿਛਲੇ ਜਨਮ ਵਿੱਚ ਨਾਮ ਜਪਿਆ ਹੁੰਦਾ, ਜਿਸ ਕਰਕੇ ਉਹਨਾਂ ਦੇ ਅੰਦਰ ਸਬਰ ਸੰਤੋਖ ਹੈ ਛੋਟੀ ਉਮਰ 'ਚ, ਕਿ ਉਹਨਾਂ ਪਿੱਛੇ ਬੜੀ ਕਮਾਈ ਕੀਤੀ ਹੁੰਦੀ। ਨਹੀਂ ਤਾਂ ਇੱਥੇ ਨਾਮ ਦੀ ਕਮਾਈ ਕਰੀ ਜਾਓ ਕਰੀ ਜਾਓ ਕਰੀ ਜਾਓ, ਤੁਹਾਡੇ ਅੰਦਰ ਸਬਰ ਸੰਤੋਖ ਪੈਦਾ ਹੋ ਜਾਵੇ। ਉਹ ਫਿਰ ਪਰਮਾਤਮਾ ਸ਼ਬਦ, ਪਰਮਾਤਮਾ ਦੇ ਨਾਮ ਰਹੇ ਸੰਤੋਖ 'ਚ ਰਹਿੰਦੇ ਨੇ। ਜਦੋਂ ਸਬਰ ਸੰਤੋਖ ਨੇ ਨਾ, ਫਿਰ ਕਿਸ ਕੋ ਕਹੇ ਸੁਣਾਵੇਂ ਕਿਸ ਕੋ, ਉਹਨਾਂ ਦਾ ਜੀ ਹੀ ਨਹੀਂ ਕਰਦਾ ਕਿਸੇ ਨੂੰ ਕੁਝ ਕਹਿਣ ਨੂੰ, ਕਿਸੇ ਨੂੰ ਕੁਝ ਸੁਣਾਉਣ ਨੂੰ। ਕਿਸ ਸਮਝਾਵੇਂ, ਕਿਸੇ ਨੂੰ ਸਮਝਾਉਣ ਨੂੰ ਉਹਨਾਂ ਦਾ ਜੀ ਨਹੀਂ ਕਰਦਾ। ਉਹ ਆਪਣਾ ਆਨੰਦ 'ਚ ਰਹਿੰਦੇ ਨੇ, ਉਹ ਆਨੰਦ 'ਚ ਰਹਿੰਦੇ ਹਨ। ਕਿਸੇ ਪੜ੍ਹਾਵੇਂ, ਉਹਨੂੰ ਕਿਸੇ ਨੂੰ ਪੜ੍ਹਾਉਣ ਦੀ ਲੋੜ ਨਹੀਂ। ਪੜ੍ਹ ਗੁਣ ਬੂਝੇ, ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਤੂੰ ਪੜ੍ਹਿਆ ਕਰ ਤੈਨੂੰ ਸਮਝ ਆ ਜਾਏਗੀ। ਨਹੀਂ, ਉਹ ਤਾਂ ਗੁਰੂ ਦੇ ਨਾਮ ਰਾਹੀਂ ਬਸ ਆਪਣਾ ਸਬਰ ਸੰਤੋਖ 'ਚ ਰਹਿੰਦੇ, ਆਪਣੇ ਆਨੰਦ 'ਚ ਰਹਿੰਦੇ। ਐਸਾ ਗੁਰਮਤਿ ਰਮਤ ਸਰੀਰਾ। ਗੁਰੂ ਦੀ ਮੱਤ ਤੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਸਰੀਰ ਦੇ ਵਿੱਚ ਵਸਦਾ ਹੈ, ਰਮਤ ਵਸਦਾ ਹੈ, ਰਮਿਆ ਹੋਇਆ ਹੈ। ਗੁਰੂ ਦੀ ਮੱਤ ਤੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਸਰੀਰ ਦੇ ਵਿੱਚ ਹੀ ਵਸਦਾ ਹੈ। ਹਰ ਪਜ ਮੇਰੇ ਮਨ ਗਹਿਰ ਗੰਭੀਰ। ਹੇ ਮੇਰੇ ਮਨਾ, ਪਰਮਾਤਮਾ ਜੋ ਬਹੁਤ ਗੰਭੀਰ ਹੈ, ਗਹਿਰ ਗੰਭੀਰਾ, ਜੋ ਬਹੁਤ ਗੰਭੀਰ ਹੈ, ਹੇ ਮੇਰੇ ਮਨ ਉਹਦਾ ਭਜਨ ਕਰ। ਪਰਮਾਤਮਾ ਦੀ ਭਜਨ ਬੰਦਗੀ ਕਰ। ਉਹ ਤੇਰੇ ਸਰੀਰ ਦੇ ਵਿੱਚ ਹੀ ਵਸਦਾ ਹੈ, ਇਸ ਲਈ ਬਾਹਰ ਜਾਣ ਦੀ ਲੋੜ ਨਹੀਂ ਹੈ। ਘਰ 'ਚ ਹੀ ਸਭ ਕੁਛ ਹੈ, ਬਾਹਰ ਟੋਲਾ ਸਭ ਭਰਮ ਭੁਲਾਏ। ਸਾਡੇ ਅੰਦਰ ਹੀ ਸਭ ਕੁਛ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਜੋ ਬ੍ਰਹਿਮੰਡ ਦੇ ਵਿੱਚ ਸਾਰਾ ਸਾਡੇ ਸਰੀਰ ਦੇ ਵਿੱਚ ਹੈ, ਸਭ ਕੁਛ ਅੰਦਰ ਹੈ। ਰਹਾਓ ਅਨੰਤ ਤਰੰਗ ਭਗਤ ਹਰ ਰੰਗਾ। ਪਰਮਾਤਮਾ ਜੋ ਅਨੇਕਾਂ ਤਰੰਗਾਂ ਵਾਲਾ ਹੈ, ਪਿਆਰ ਸਹਿਤ ਰੰਗਾ, ਪਿਆਰ ਸਹਿਤ ਉਸਦੀ ਭਜਨ ਬੰਦਗੀ ਕਰੋ, ਉਹਦੀ ਭਗਤੀ ਕਰੋ। ਆਨ ਦਿਨ ਸੂਚੇ ਹਰ ਗੁਣ ਸੰਗ। ਜਿਹੜਾ ਹਰੀ ਦੇ ਗੁਣਾਂ ਦੇ ਨਾਲ ਰਹਿੰਦਾ ਹੈ, ਉਹ ਦਿਨ ਰਾਤ ਸੁੱਚਾ ਹੁੰਦਾ ਹੈ। ਭਾਵ ਦੇ ਔਗੁਣ ਖਤਮ ਹੋ ਜਾਂਦੇ ਨੇ, ਉਹਦੇ ਅੰਦਰ ਔਗੁਣ ਖਤਮ ਹੋ ਜਾਂਦੇ। ਜਿਵੇਂ ਤੁਸੀਂ ਸਤਸੰਗ ਕਰਦੇ ਰਹੋ, ਤੁਹਾਡੇ ਅੰਦਰ ਕੁਸੰਗਤ ਖਤਮ ਹੋ ਜਾਏਗੀ। ਇਸ ਲਈ ਜਦੋਂ ਅਸੀਂ ਪਰਮਾਤਮਾ ਦੇ ਗੁਣਾਂ ਦੇ ਨਾਲ ਰਹਿੰਦੇ ਹਾਂ, ਆਪਾਂ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦੇ ਰਹਿੰਦੇ ਹਾਂ, ਸਾਡਾ ਮਨ ਹਮੇਸ਼ਾ ਸੁੱਚਾ ਰਹਿੰਦਾ ਹੈ। ਮਿਥਿਆ ਜਨਮ ਸਾਕਤ ਸੰਸਾਰ। ਸਾਕਤ ਹੁੰਦਾ ਨਾਸਤਕ। ਜਿਹੜੇ ਨਾਸਤਕ ਲੋਕ ਨੇ, ਉਹਨਾਂ ਦੇ ਸੰਸਾਰ 'ਚ ਜਿਹੜਾ ਜਨਮ ਹੈ ਵਿਅਰਥ ਹੈ, ਮਿਥਿਆ ਵਿਅਰਥ। ਜਿਹੜੇ ਨਾਮ ਨਹੀਂ ਜਪਦੇ ਧਰਮ ਅਨੁਸਾਰ, ਉਹਨਾਂ ਦਾ ਜਨਮ ਤਾਂ ਵਿਅਰਥ ਹੈ, ਉਹਨਾਂ ਦਾ ਜੀਵਨ ਵਿਅਰਥ ਹੈ। ਪਰਮਾਤਮਾ ਨੇ ਸਾਨੂੰ ਭਜਨ ਬੰਦਗੀ ਕਰਨ ਲਈ ਭੇਜਿਆ ਸੀ, ਉਹ ਕਰਦੇ ਨਹੀਂ, ਇਸ ਲਈ ਮਨੁੱਖਾ ਜੀਵਨ ਵਿਅਰਥ। ਮਨੁੱਖਾ ਜੀਵਨ ਤਾਂ ਹੀ ਲੇਖੇ 'ਚ ਹੋਵੇਗਾ ਜੇ ਅਸੀਂ ਭਜਨ ਬੰਦਗੀ ਕਰਾਂਗੇ, ਕਿਉਂਕਿ ਧਰਮ ਕਹਿੰਦਾ ਸਾਨੂੰ ਭੇਜਿਆ ਹੀ ਪਰਮਾਤਮਾ ਨੇ ਭਜਨ ਬੰਦਗੀ ਲਈ ਹੋਈ। ਬਾਕੀ ਜਿਹੜੇ ਉੱਤੇ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ। ਉਹ ਕੰਮ ਜਿਹੜੇ ਗੁਰਬਾਣੀ ਦੇ ਵਿਰੁੱਧ ਹਨ ਸਨ ਤੂੰ ਕਰ ਰਿਹਾ, ਉਹ ਤੇਰੇ ਕਿਸੇ ਕੰਮ ਨਹੀਂ ਹੈਗੇ। ਉਹ ਕਰਮ ਜਿਹੜੇ ਗੁਰਬਾਣੀ ਜੇ ਤੂੰ ਵਿਰੁੱਧ ਕਰੇ ਨਾ, ਇਹ ਤੇਰੇ ਕਿਸੇ ਕੰਮ ਨਹੀਂ। ਸਤ ਸੰਗਤ 'ਚ ਆ, ਨਾਮ ਜਪ ਕਹਿੰਦੇ ਤੂੰ। ਸੋ ਸਾਨੂੰ ਪਰਮਾਤਮਾ ਨੇ ਨਾਮ ਜਪਣ ਲਈ ਭੇਜਿਆ। ਬਾਕੀ ਜਿਹੜਾ ਅਸੀਂ ਕੋਈ ਨੌਕਰੀ ਕਰ ਰਹੇ ਹਾਂ, ਕੋਈ ਦਿਹਾੜੀ ਕਰ ਰਹੇ ਹਾਂ, ਕੋਈ ਵਪਾਰ ਕਰ ਰਹੇ ਹਾਂ, ਕੋਈ ਦੁਕਾਨਦਾਰੀ ਕਰ ਰਹੇ ਹਾਂ, ਇਹ ਤਾਂ ਇਸ ਲਈ ਕਰ ਰਹੇ ਹਾਂ
ਕਿ ਸਾਨੂੰ ਸਰੀਰ ਲੱਗੇ, ਸਰੀਰ ਦੀਆਂ ਲੋੜਾਂ ਨੇ, ਪਰਿਵਾਰ ਦੀਆਂ ਲੋੜਾਂ ਨੇ, ਉਹ ਲੋੜਾਂ ਮਾਇਆ ਤੋਂ ਬਿਨਾਂ ਪੂਰੀਆਂ ਨਹੀਂ ਹੋਣੀਆਂ, ਇਸ ਲਈ ਅਸੀਂ ਕੰਮ ਕਰਦੇ। ਅਤੇ ਇਹ ਕਹਿਣਾ ਜੀ ਮੈਨੂੰ ਤਾਂ ਵੇਲ ਹੀ ਨਹੀਂ ਲੱਗਦੀ ਕੰਮ ਤੋਂ, ਜੀ ਇਹ ਨਹੀਂ ਸੁਣਨਾ ਪਰਮਾਤਮਾ ਨੇ। ਉਹ ਕਹਿੰਦੇ ਇਸ ਤਰ੍ਹਾਂ ਨਹੀਂ ਮੈਨੂੰ ਪਤਾ, ਮੈਂ ਤੁਹਾਨੂੰ ਨਾਮ ਜਪਣ ਭੇਜਿਆ, ਬਸ ਤੁਸੀਂ ਮੇਰਾ ਨਾਮ ਜਪਣਾ। ਉੱਥੇ ਦੂਜੀ ਕੋਈ ਗੱਲ ਨਹੀਂ ਸੁਣੀ ਜਾਂਦੀ, ਨਹੀਂ ਤਾਂ ਕੁੱਟੀ ਜਾਂਦੇ ਨੇ। ਉਹ ਜੀ ਮੇਰਾ ਮੈਂ ਜੀ ਪੁੱਤਰ ਜੰਮਣਾ ਸੀ ਜੀ, 4 ਧੀਆਂ ਹੋ ਗਈਆਂ ਜੀ, 5 ਹੋ ਗਏ, 2 ਅਸੀਂ ਜੀ 7 ਨੂੰ ਪਾਲਦਾ ਰਿਹਾ ਜੀ, ਉਹ ਵੇਲ ਹੀ ਨਹੀਂ ਲੱਗੀ। ਉਹ ਨਹੀਂ ਸੁਣਦੇ, ਉਹ ਨਹੀਂ ਸੁਣਦਾ। ਕਿ ਤੁਸੀਂ ਮੇਰੀ ਰਜ਼ਾ 'ਚ ਕਿਉਂ ਨਹੀਂ ਰਹੇ ਬਈ? ਮੈਂ ਤੁਹਾਨੂੰ ਧੀ ਦਿੱਤੀ ਹੈ, ਬਸ ਸਬਰ ਕਰੋ, ਮੈਂ ਦਿੱਤੀ ਹੈ ਤੁਹਾਨੂੰ, ਅਤੇ ਜੋ ਮੈਂ ਦੇਵਾਂਗਾ ਉਹ ਠੀਕ ਹੀ ਕਰਾਂਗਾ, ਮੈਂ ਗਲਤ ਥੋੜ੍ਹੀ ਕਰਾਂਗਾ। ਅਸੀਂ ਆਪਣੇ ਤੌਰ 'ਤੇ ਪਰਖਦੇ ਹਾਂ, ਅਸੀਂ ਪਰਮਾਤਮਾ ਨੂੰ ਆਪਣੇ ਤੌਰ 'ਤੇ ਪਰਖਦੇ ਹਾਂ। ਉਹ ਕਹਿੰਦੇ ਮੈਂ ਜੋ ਕਰ ਰਿਹਾ ਠੀਕ ਕਰ ਰਿਹਾ, ਮੈਂ ਧੀ ਦਿੱਤੀ ਤੁਹਾਨੂੰ, ਉਸਨੂੰ ਸਵੀਕਾਰ ਕਰੋ, ਕਿਉਂਕਿ ਮੈਂ ਤੁਹਾਨੂੰ ਪਾਲਣ ਲਈ ਦਿੱਤੀ ਹੋਈ ਹੈ ਤਾਂ ਮੇਰੀ ਧੀ, ਤੁਹਾਡੀ ਨਹੀਂ ਹੈ। ਤੁਹਾਡੇ ਰਾਹੀਂ ਤਾਂ ਮੈਂ ਸੰਸਾਰ 'ਚ ਭੇਜੀ ਆ, ਮੇਰੀ ਧੀ ਹੈ, ਮੇਰੀ ਧੀ ਸਮਝ ਕੇ ਉਹਨੂੰ ਪਾਲਣਾ ਹੈ। ਜੇ ਕਿਤੇ ਅਸੀਂ ਆਪਣੇ ਬੱਚਿਆਂ ਨੂੰ ਪਰਮਾਤਮਾ ਦੇ ਬੱਚੇ ਸਮਝ ਕੇ ਪਾਲਣ ਲੱਗ ਜੀ, ਕਿਆ ਬਾਤ ਹੈ, ਉਹ ਤਾਂ ਭਗਤ ਹੀ ਪੈਦਾ ਹੋਣੀ, ਉਹਨੂੰ ਹੋਰ ਕੁਛ ਕਰਨੇ ਨਹੀਂ, ਉਹ ਤਾਂ ਚੱਲ ਸੋ ਚੱਲ। ਪਰ ਪਰਮਾਤਮਾ ਦੇ ਬੱਚਿਆਂ ਨੇ ਫਿਰ ਪਰਮਾਤਮਾ ਦੇ ਨਾਮ ਹੀ ਜਪਣਾ। ਅਸੀਂ ਇਸ ਤਰ੍ਹਾਂ ਪਾਲਦੇ ਹਾਂ, ਸਾਡੇ ਨੇ, ਅਤੇ ਅਸੀਂ ਆਪ ਨਾਮ ਜਪਦੇ ਨਹੀਂ, ਸਾਡੇ ਨੇ ਜਪਣਾ ਫਿਰ ਕੀ ਹੈ? ਆਪ ਸ਼ਰਾਬੀ ਕਬਾਬੀ, ਫਿਰ ਉਹਨਾਂ ਕਿਥੋਂ ਵੈਸ਼ਨੂੰ ਹੋਣਾ ਹੈ? ਜਿਹੋ ਜਿਹੇ ਫਿਰ ਅਸੀਂ ਉਹੋ ਜਿਹੇ ਹੋਣੇ ਨਾ, ਜਿਹੋ ਜਿਹੀ ਕੋਕੋ ਇਹੋ ਜਿਹੇ ਕੋਕੋ ਦੇ ਬੱਚੇ। ਇੱਲ ਨੂੰ ਕੋਕੋ ਕਹਿੰਦੇ ਮੈਨੂੰ, ਜਿਹੋ ਜਿਹੀ ਇੱਲ ਉਹੋ ਜਿਹੇ ਦੇ ਬੱਚੇ, ਜਿਹੋ ਜਿਹੇ ਅਸੀਂ ਉਹੋ ਜਿਹੇ ਸਾਡੇ ਜਵਾਕ। ਹਾਂ, ਵਿੱਚ ਕੋਈ ਬਾਂਸ ਪੈਦਾ ਹੋ ਜਾਂਦਾ ਮੇਰੇ ਵਰਗਾ, ਉਹ ਗੱਲ ਵੱਖਰੀ ਹੈ, ਕਿਉਂਕਿ ਬਾਂਸ 'ਤੇ ਚੰਦਨ ਦਾ ਕੋਈ ਅਸਰ ਨਹੀਂ ਹੁੰਦਾ। ਸੰਸਾਰ 'ਚ ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਮਾਂ ਪਿਓ ਧਾਰਮਿਕ ਹੁੰਦੇ ਨੇ, ਉਹ ਨਾਸਤਿਕ ਹੁੰਦਾ ਹੈ, ਅਤੇ ਕਈ ਐਸੇ ਨੇ ਜਿਨ੍ਹਾਂ ਦੇ ਮਾਂ ਪਿਓ ਨਾਸਤਿਕ ਹੁੰਦੇ ਨੇ, ਉਹ ਆਸਤਿਕ ਹੁੰਦਾ। ਕਈਆਂ ਦੇ ਪਰਿਵਾਰ ਦੇ ਜੀ ਸ਼ਰਾਬਾ ਪੀਣ ਵਾਲੇ ਹੁੰਦੇ ਨੇ, ਉਹ ਵੈਸ਼ਨੂੰ ਹੁੰਦਾ ਹੈ, ਅਤੇ ਕਈਆਂ ਦੇ ਮਾਂ ਬਾਪ ਵੈਸ਼ਨੂੰ ਹੁੰਦੇ ਨੇ, ਪੁੱਤਰ ਸ਼ਰਾਬੀ ਕਦੇ ਵੀ ਨਿਕਲ ਹੁੰਦਾ। ਇਸ ਤਰ੍ਹਾਂ ਪੋਸੀਬਲ ਹੈਗਾ, ਪਰ ਬਹੁਤ ਘੱਟ ਹੈ। ਨਹੀਂ ਤਾਂ ਜਿੱਥਾ ਜਿਹੋ ਜਿਹੇ ਮਾਂ ਪਿਓ ਉਹੋ ਜਿਹੇ ਅੱਗੇ ਬੱਚੇ ਹੁੰਦੇ ਹਨ। ਮੇਰੇ ਕੋਲ ਬੀਬੀ ਆਏ ਨੇ, ਮੇਰਾ ਘਰ ਵਾਲਾ ਸ਼ਰਾਬ ਪੀਂਦਾ ਹੈ ਜੀ। ਮੈਂ ਤੇਰਾ ਬਾਪ ਵੀ ਤਾਂ ਪੀਂਦਾ, ਫਿਰ ਚੁੱਪ। ਮੈਂ ਉਹ ਬੇਗਾਨਾ ਹੈ ਇਸ ਲਈ ਭੈੜਾ ਲੱਗਦਾ, ਬਾਪੂ ਆਪਣਾ ਭੈੜਾ ਨਹੀਂ ਲੱਗਦਾ। ਕਹਿ ਬਾਪੂ ਨੂੰ ਵੀ ਬਾਪੂ ਤੂੰ, ਮੇਰਾ ਘਰ ਵਾਲਾ ਕਹਿੰਦਾ ਪਹਿਲਾਂ ਆਪਣੇ ਬਾਪ ਤੋਂ ਛੁਡਾ ਫਿਰ ਮੈਂ ਛੱਡੂ, ਤੂੰ ਬਾਪੂ ਸ਼ਰਾਬ ਛੱਡੇਗਾ ਤਾਂ ਉਹ ਛੱਡੂਗਾ। ਬਾਪੂ ਨੇ ਛੱਡਣੀ ਨਹੀਂ, ਉਹਨੂੰ ਅਸੀਂ ਕਹਿ ਨਹੀਂ ਸਕਦੇ। ਮੈਨੂੰ ਕਿਸ ਮੂੰਹ ਨਾਲ ਕਹਿਣਾ? ਆਪਣੇ ਬਾਪੂ ਤੋਂ ਪਹਿਲਾਂ ਛੱਡੋ। ਬਾਪੂ ਨੇ ਤਾਂ ਪੀਣ ਦੀ ਖਾਤਰ ਆਪਣਾ ਪੀਣ ਵਾਲਾ ਜਵਾਈ ਲੱਭਿਆ। ਪੀਣ ਵਾਲਾ ਹਮੇਸ਼ਾ ਪੀਣ ਵਾਲਾ ਜਵਾਈ ਲੱਭਦਾ ਹੈ। ਵੈਸ਼ਨੂੰ ਜਵਾਈ ਲੱਭਦਾ ਹੈ, ਅਤੇ ਜੇ ਵੈਸ਼ਨੂੰ ਪੀਣ ਵਾਲਾ ਜਵਾਈ ਲੱਭ ਲੈ ਤਾਂ ਰੋਜ਼ ਘਰ 'ਚ ਤੂੰ ਮੈਂ ਹੋਈ ਜਾਣੀ ਹੈ। ਮੈਂ ਤੇਰਾ ਬਾਪ ਆਪ ਪੀਂਦਾ ਅਤੇ ਤੂੰ ਘਰ ਵਾਲੇ ਨੂੰ ਕਿਵੇਂ ਬੰਦ ਕਰਦੇ ਹੋ? ਮੈਂ ਮੇਰੀਆਂ ਭਰਜਾਈਆਂ ਤਾਂ ਕਦੇ ਨਹੀਂ ਸੀ ਕਿਹਾ, ਉਹਨੂੰ ਪਤਾ ਸਾਡੇ ਬਾਪ ਪੀਂਦੇ ਨੇ, ਅੱਗੇ ਪੀਣ ਵਾਲੇ ਲੱਭੇ ਹੋਏ ਨੇ, ਬਸ ਠੀਕ ਹੈ। ਇਹ ਜੇ ਸਹੁਰੇ ਨੂੰ ਮਿਲ ਜਾਂਦੇ ਉੱਥੇ ਪੀਂਦੇ ਸਨ, ਸਹੁਰਾ ਇਹਨਾਂ ਨੂੰ ਮਿਲ ਆਉਂਦਾ ਸੀ ਅਤੇ ਉਹ ਆ ਕੇ ਪੀਂਦਾ ਸੀ। ਰੌਲਾ ਨਾ ਗੋਲਾ ਨਾ। ਮੈਂ ਸਾਡੇ ਘਰ ਤਾਂ ਕਦੇ ਕਿਸੇ ਮੇਰੀ ਭਰਜਾਈ ਨੇ ਨਹੀਂ ਕਿਹਾ ਵੀ ਜੈਮਨ ਸਾਹਿਬ ਤੂੰ ਇਹਨਾਂ ਨੂੰ ਸਮਝਾਏ ਨਾ ਪੀਆ ਕਰ। ਉਹ ਕਹੇ ਠੀਕ ਹੈ, ਸਾਡੇ ਬਾਪ ਪੀਂਦੇ ਨੇ, ਅਸੀਂ ਕਿਵੇਂ ਕਹੀਏ? ਸੋ ਇਸ ਲਈ ਪਹਿਲਾਂ ਕਹਿੰਦੇ ਸਿਟੀਜ਼ਨਸ਼ਿਪ ਬਿਗਿਨਸ ਐਟ ਹੋਮ। ਨਾਗਰਿਕਤਾ ਘਰੋਂ ਸ਼ੁਰੂ ਹੁੰਦੀ ਹੈ, ਪ੍ਰਚਾਰ ਘਰੋਂ ਸ਼ੁਰੂ ਕਰਨਾ ਚਾਹੀਦਾ, ਬਜਾਏ ਕਿ ਦੂਜਿਆਂ। ਪਹਿਲਾਂ ਆਪਣੇ ਆਪ ਦਾ ਕਰਨਾ ਚਾਹੀਦਾ, ਪਹਿਲਾਂ ਆਪਣੇ ਆਪ ਨੂੰ ਸੁਧਾਰੋ, ਫਿਰ ਦੂਜਿਆਂ ਨੂੰ ਕਹਿਣ ਦਾ ਕੋਈ ਹੱਕ ਬਣਦਾ। ਪਰ ਕਿਉਂਕਿ ਪ੍ਰਚਾਰ ਦੇ ਪੈਸੇ ਮਿਲਦੇ ਨੇ, ਪੈਸੇ ਦੀ ਖਾਤਰ ਅਗਲਾ ਪ੍ਰਚਾਰ ਕਰੀ ਜਾਂਦਾ। ਘਰ ਆ ਕੇ ਜਿਵੇਂ ਇੱਕ ਡਾਕਟਰ ਸੀ, ਭਰਾ ਦਾ ਦੋਸਤ ਸੀ, ਉਹ ਸ਼ਾਮ ਨੂੰ ਆ ਗਿਆ, ਕੁਦਰਤੀ ਮੈਂ ਬੈਠਾ ਸੀ ਉਹਨਾਂ ਕੋਲ। ਕਹਿੰਦਾ ਹਕੀਰ ਸਾਹਿਬ
कोई घुट है? वो कहते हाँ डॉक्टर साहब बैठो, हैगी। कहता अज तो हकीर साहब मैं बहुत थक गया। कहते किवें थक गए हो? कहता मैं 15 पिंडां 'च प्रचार करके आए हो। कहते जी काहदा प्रचार करके? कहते नशਿਆਂ ਦੇ विरुद्ध करके आए हो। तो आप कहना हकीर साहब घुट घुट है कि वो प्रचार के पैसे मिलते हैं, बस पैसे की खातर प्रचार हो रहा। रोटियां कारण पूरे ताल, ये तो माया की खातर प्रचार हो रहा। बंदा जिथे खड़ा उत्थे ही खड़ा। मैं बड़ा हैरान होया, पर भाई साहब भी हस ये कहते प्रचार करके, कहते काहदा करके? कहते नशਿਆਂ ਦੇ विरुद्ध करके आए। ਇਹ ਹੈ ਕੌਣ ਮੰਨਦਾ? ਗੱਲ ਵੀ ਉਸੇ ਦੀ ਮੰਨੀ ਜਾਂਦੀ ਹੈ ਜਿਹੜੇ ਆਪ ਉਸ ਤਰ੍ਹਾਂ ਦਾ ਹੋਵੇ, ਦੂਜੇ ਦੀ ਨਹੀਂ ਮੰਨੀ ਜਾਂਦੀ। ਕਿਉਂ? ਦੂਸਰਾ ਦਿਲੋਂ ਗੱਲ ਕਹਿ ਹੀ ਨਹੀਂ ਸਕਦਾ। ਦੂਜੇ 'ਤੇ ਅਸਰ ਉਹ ਗੱਲ ਕਰਦੀ ਜਿਹੜੀ ਮੈਂ ਦਿਲੋਂ ਗੱਲ ਕਰਾਂਗਾ ਉਹ ਤੁਹਾਡੇ 'ਤੇ ਅਸਰ ਕਰੇਗੀ, ਜਿਹੜੀ ਮੈਂ ਦਿਮਾਗ ਤੋਂ ਕਰਾਂਗਾ ਉਹ ਨਹੀਂ ਛੇਤੀ ਅਸਰ ਕਰੇਗੀ। ਦਿਲੋਂ ਮੈਂ ਜੋ ਗੱਲ ਕਹਾਂਗਾ ਉਹ ਅਸਰ ਕਰਦੀ ਹੁੰਦੀ ਹੈ। ਅਤੇ ਜੇ ਮੈਂ ਆਪ ਹੀ ਪੀਣਾ ਤਾਂ ਦਿਲੋਂ ਤੁਹਾਨੂੰ ਕਿਵੇਂ ਕਹਿ ਸਕਦਾ ਵੀ ਨਾ ਪੀਆ ਕਰੋ ਜੀ? ਦਿਮਾਗ ਤੋਂ ਤਾਂ ਕਹੀ ਜਾਓ ਨਹੀਂ ਪੀਣੀ ਚਾਹੀਦੀ, ਨਾ ਪੀਆ ਕਰੋ ਭਾਈ। ਇਹ ਧਿਆਨ ਪਤਾ ਵੀ ਇੰਨੇ ਪੈਸੇ ਮਿਲਣਗੇ, ਇਸ ਲਈ ਅਸਰ ਨਹੀਂ ਹੁੰਦਾ। ਕੋਈ ਪ੍ਰਚਾਰਕਾਂ ਦਾ ਇਸੇ ਲਈ ਅਸਰ ਨਹੀਂ ਹੁੰਦਾ ਕਿ ਉਹਨਾਂ ਦਾ ਆਪਣਾ ਜੀਵਨ ਉਸ ਤਰ੍ਹਾਂ ਦਾ ਹੈ ਹੀ ਨਹੀਂ ਜੋ ਪ੍ਰਚਾਰ ਕਰ ਰਹੇ ਨੇ। ਅਗਰ ਆਪਣਾ ਜੀਵਨ ਉਹੋ ਜਿਹਾ ਜ਼ਰੂਰ ਅਸਰ ਹੁੰਦਾ ਹੈ। ਮਨੁੱਖ ਪ੍ਰਚਾਰ ਤੋਂ ਇੰਨਾ ਨਹੀਂ ਸਿੱਖਦਾ ਜਿੰਨਾ ਨਕਲ ਕਰਕੇ ਸਿੱਖਦਾ ਹੈ। ਮਨੁੱਖ ਇੱਕ ਦੂਜੇ ਦੀ ਨਕਲ ਕਰਕੇ ਸਿੱਖਦਾ ਹੈ। ਅਤੇ ਨਕਲ ਜਿਵੇਂ ਜੇ ਚੱਜ ਦਾ ਕੋਈ ਹੋਵੇਗਾ ਤਾਂ ਹੀ ਉਹਦੀ ਨਕਲ ਕਰਕੇ ਸਿੱਖੇ, ਅਤੇ ਜੇ ਉਹ ਆਪ ਹੀ ਚੱਜ ਦਾ ਨਹੀਂ ਤਾਂ ਸਿੱਖੇਗਾ ਕੋਈ ਕੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮਿਥਿਆ ਜਨਮ ਸਾਕਤ ਸੰਸਾਰਾ। ਸੰਸਾਰ ਜਿਹੜੇ ਸਾਕਤ ਲੋਕ ਹਨ, ਮਾਇਆਧਾਰੀ ਨਾਸਤਕ ਲੋਕ ਹਨ, ਉਹਨਾਂ ਦਾ ਜਨਮ ਵਿਅਰਥ ਹੈ। ਮਿਥਿਆ ਵਿਅਰਥ। ਰਾਮ ਭਗਤ ਜਨ ਰਹੇ ਨਿਰਾਰਾ। ਜਿਹੜਾ ਪਰਮਾਤਮਾ ਦਾ ਭਗਤ ਹੈ ਉਹ ਤਾਂ ਦੂਜਿਆਂ ਤੋਂ ਨਿਰਾਲਾ ਰਹਿੰਦਾ ਹੈ, ਉਹ ਤਾਂ ਦੂਜਿਆਂ ਤੋਂ ਅਲੱਗ ਹੁੰਦਾ ਹੈ। ਸੋਚੀ ਕਾਇਆ ਹਰ ਗੁਣ ਗਾਇਆ। ਕਾਇਆ ਜਿਹੜਾ ਹੈ ਇਹ ਹਿੰਦੀ ਦਾ ਸ਼ਬਦ ਹੈ, ਕਾਇਆ ਬੋਲਾਂਗੇ ਪੰਜਾਬੀ ਦਾ ਹੈ। ਹੁਣ ਕਵਿਤਾ ਜੋੜਨੀ ਹੈ, ਕਾਇਆ ਗਾਇਆ ਜ਼ਿਆਦਾ ਠੀਕ ਜੱਚਦਾ, ਕਾਇਆ ਗਾਇਆ ਇਹਨਾਂ ਨਹੀਂ ਜੱਚਦਾ। ਇਸ ਲਈ ਸੋਚੀ ਕਾਇਆ ਹਰ ਗੁਣ ਗਾਏ। ਸਰੀਰ ਸੁੱਚਾ ਤਾਂ ਹੀ ਹੁੰਦਾ ਜੇ ਹਰੀ ਦੇ ਗੁਣ ਗਾਏ ਜਾਣ। ਸਰੋਵਰਾਂ 'ਚ ਨਹਾ ਕੇ, ਦਰਿਆਵਾਂ 'ਚ ਨਹਾ ਕੇ ਤਾਂ ਸਰੀਰ ਸਾਫ਼ ਹੁੰਦਾ। ਇੱਥੇ ਸਰੀਰ ਤੋਂ ਭਾਵ ਮੇਰਾ ਬਾਹਰਲੀ ਪਾਸਿਓਂ ਨਹੀਂ ਹੈ, ਅੰਦਰ ਤੋਂ ਭਾਵ ਹੈ। ਜੀਓਂ ਨਿਰਮਲ ਬਾਹਰੋਂ ਨਿਰਮਲ, ਅੰਦਰੋਂ ਵੀ ਸਾਫ਼ ਹੋਵੇ ਬਾਹਰੋਂ ਵੀ ਸਾਫ਼ ਹੋਵੇ। ਹਰੀ ਦੇ ਗੁਣ ਗਾ ਕੇ ਹੀ ਕਾਇਆ ਸੁੱਚੀ ਹੁੰਦੀ ਹੈ। ਆਤਮ ਚੀਨ ਰਹੇ ਲਿਵ ਲਾਇਆ। ਉਹ ਫਿਰ ਆਪਣੀ ਆਤਮਾ ਨੂੰ ਚੀਨਣਾ ਦਾ ਜਾਣ ਲੈਣਾ। ਆਤਮਾ ਨੂੰ ਜਾਣ ਲੈਂਦੇ ਨੇ, ਪਰਮਾਤਮਾ ਨੂੰ ਲਿਵ ਲਾ ਕੇ ਰੱਖਦੇ ਨੇ। ਕਿ ਜੇ ਸਾਡੀ ਕਾਇਆ ਸੁੱਚੀ ਹੋ ਜਾਏਗੀ ਨਾ, ਲਿਵ ਆਪੇ ਹੀ ਲੱਗ ਜਾਏਗੀ। ਸਾਡੇ ਦੇ ਅੰਦਰ ਝੂਠ ਹੈ, ਇਸ ਕਰਕੇ ਲਿਵ ਨਹੀਂ ਲੱਗਦੀ ਹੈ। ਵਾਹਿਗੁਰੂ ਵਾਹਿਗੁਰੂ ਕਹਿੰਦੇ ਪਾਉਂਤ ਦੇ ਖਿਆਲ ਆ ਰਹੇ ਹੋਣ। ਕਈ ਵਾਰੀ ਤਾਂ ਸਗੋਂ ਨਹੀਂ ਨਾਮ ਜਪਦੇ, ਮਾੜੇ ਖਿਆਲ ਨਹੀਂ ਹੁੰਦੇ। ਕਈ ਵਾਰੀ ਨਾਮ ਜਪਦੇ ਆ, ਬਾਣੀ ਪੜ੍ਹਦੇ, ਅਤੀ ਭੈੜੇ ਖਿਆਲ ਆਉਣ ਲੱਗ ਜਾਂਦੇ ਨੇ। ਬੰਦਾ ਹੱਕਾ ਬੱਕਾ ਵਿਆਹ ਕੀ ਹੋ ਗਿਆ, ਵੀ ਕੀ ਹੋ ਗਿਆ? ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਅਸੀਂ ਲਾਉਂਦੇ ਹਾਂ ਧਿਆਨ। ਧਿਆਨ ਨਾਲ ਹੋ ਜਾਂਦਾ ਮਨ ਇਕਾਗਰ ਹੋਇਆ ਮਨ। ਮਗਰ 20 ਸਾਲ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਨੇ। ਹਾਂਜੀ ਵੀ ਫਲਾਣੇ ਨੇ ਬੰਦੇ ਨੇ ਮੈਨੂੰ ਗਾਲਾਂ ਕੱਢੀਆਂ ਸੀ, ਬਸ ਉਹ ਉਧਰ ਵਾਹਿਗੁਰੂ ਵਾਹਿਗੁਰੂ ਕਹਿੰਦੇ, ਉਧਰ ਉਹ ਗਾਲਾਂ ਵਾਲਾ ਧਿਆਨ ਹੋ ਗਿਆ। ਚੱਲ ਬੰਦਾ ਕਹਿੰਦਾ, ਜਿਵੇਂ ਇੱਕ ਬੀਬੀ ਕਹਿੰਦੀ ਜੀ ਜਦੋਂ ਮੈਂ ਪਾਠ ਕਰਦੀ ਮੈਂ ਬਿਮਾਰ ਹੋ ਜਾਂਦੀ। ਮੈਂ ਚੰਗਾ ਭਾਈ ਨਾ ਕਰ, ਉਹ ਫਿਰ ਕੀ ਹੋ ਸਕਦਾ? ਜੇ ਬਾਣੀ ਤੈਨੂੰ ਬਿਮਾਰ ਕਰਦੇ ਭਾਈ ਤੂੰ ਨਾ ਕਰ। ਮੈਂ ਕਹਿੰਦੇ ਕਈ ਵਾਰੀ ਕਿਹਾ ਵੀ ਬਾਬਾ ਜੀ ਕਹਿੰਦੇ ਭਾਈ ਬਾਣੀ ਪੜ੍ਹਿਆ ਕਰੋ। ਕਹਿੰਦੇ ਮੈਂ ਜਦੋਂ ਬਾਣੀ ਪੜ੍ਹ ਲਿਆ ਮੈਂ ਬਿਮਾਰ ਹੋ ਜਾਂਦੀ। ਮੈਂ ਕੋਈ ਨਹੀਂ, ਮੈਂ ਜਦੋਂ ਆਇਆ ਨਾ 7-8 ਦਿਨਾਂ ਲਈ, ਫਿਰ ਮੈਂ ਕੋਲ ਬੈਠਾਂਗਾ ਤੇ ਵੀ ਕਰ ਪਾਠ ਮੇਰੇ ਸਾਹਮਣੇ, ਦੇਖਦਾ ਤੂੰ ਕਿਵੇਂ ਬਿਮਾਰ ਨਹੀਂ ਕਿ ਬਹਾਨੇ ਬਣਾਉਣੇ।
ਜਿਵੇਂ ਕਿਸੇ ਮੁੰਡੇ ਨੇ ਸਿਰ ਮਨਵਾਉਣਾ ਹੋਵੇ ਨਾ, ਉਹ ਮਾਂ ਮੇਰਾ ਸਿਰ ਦੁਖਦਾ ਜੇ ਮੈਂ ਪੱਗ ਬੰਨ੍ਹਦਾ ਹਾਂ, ਮੈਂ ਕਹਿੰਦਾ ਇਹ ਵਾਲ ਕਟਾਊਗਾ ਹੁਣ, ਇਹ ਬਹਾਨੇ ਬਣਾਉਂਦਾ ਹੈਗਾ। ਕੁਦਰਤੀ ਕੋਈ 100 'ਚ ਇੱਕ ਅੱਧਾ ਹੁੰਦਾ ਜੇ ਵਾਕਈ ਪੱਗ ਬੰਨ੍ਹਣਾ, ਜਾਂ ਤਾਂ ਟਾਈਟ ਬੰਨ੍ਹ ਲੈਂਦਾ ਗਿੱਲੀ ਕਰਕੇ, ਕਈ ਵਾਰੀ ਵੀ ਕਰਨ ਅਸੀਂ ਘੁੱਟ ਕੇ ਮੰਨ ਲਿਆ ਤਾਂ ਵੀ ਸਿਰ ਦਰਦ ਹੋਣ ਲੱਗ ਜਾਂਦਾ। ਥੋੜ੍ਹੀ ਢਿੱਲੀ ਪੋਲੀ ਬੰਨ੍ਹਣੀ ਚਾਹੀਦੀ ਹੈਗੀ, ਫਿਰ ਘੱਟ ਫਰਕ ਪੈਂਦਾ। ਜਾਂ ਪੱਗ ਦੇ ਹੇਠਾਂ ਕੱਪੜਾ ਬੰਨ੍ਹ ਲਓ, ਕਈਆਂ ਨੇ ਬੰਨ੍ਹੇ ਹੁੰਦੇ ਨਾ, ਸਿਰ ਢੱਕ ਲੈਂਦੇ ਪਹਿਲਾਂ, ਫਿਰ ਉੱਤੇ ਪੱਗ ਬੰਨ੍ਹਦੇ, ਉਹ ਫਿਰ ਨਹੀਂ ਸਿਰ ਦੁਖਦਾ। ਕੱਪੜਾ ਬੰਨ੍ਹ ਲੈਣਾ ਚਾਹੀਦਾ ਹੇਠਾਂ। ਖੈਰ, ਆਦਿ ਅਪਾਰ ਅਪਰੰਪਰ ਹੀਰਾ, ਲਾਲ ਰਤਾ ਮੇਰਾ ਮਨ ਧੀਰਾ। ਉਹ ਪਰਮਾਤਮਾ ਜੋ ਆਦਿ ਹੈ, ਜੋ ਸਭ ਦਾ ਆਰੰਭ ਹੈ, ਅਪਾਰ ਹੈ ਜੋ ਬੇਅੰਤ ਹੈ, ਅਪਰੰਪਰ ਜੋ ਪਰੇ ਤੋਂ ਪਰੇ ਹੈ, ਹੀਰਾ ਜੋ ਬੜਾ ਹੀ ਕੀਮਤੀ ਹੈ, ਲਾਲ ਰਤਾ ਮੇਰਾ ਮਨ ਧੀਰਾ। ਮੇਰਾ ਜਿਹੜਾ ਮਨ ਹੈ ਉਹਦੇ ਪਿਆਰ 'ਚ ਰੰਗਿਆ ਗਿਆ ਹੈ, ਇਸ ਲਈ ਮੇਰੇ ਮਨ ਨੂੰ ਹੁਣ ਧੀਰਜ ਆ ਗਿਆ, ਉਹਦੇ ਪਿਆਰ ਦੇ ਵਿੱਚ ਰੰਗਿਆ ਗਿਆ ਹੈ, ਰੱਤਾ ਲਾਲ ਹੋ ਗਿਆ। ਕਥਨੀ ਕਹੇਂ ਕਹੇਂ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ। ਕਈ ਕਹਿੰਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਰੱਬ ਬਾਰੇ ਗੱਲਾਂ ਕਰਦੇ ਨੇ, ਕਹਿੰਦੇ ਰੱਬ ਦੂਰ ਨਹੀਂ ਹੈ ਜੀ, ਭਾਈ ਤੂੰ ਤਾਂ ਆਪ ਹੀ ਰੱਬ ਹੈ। ਸੋਹੰ ਕਹਿੰਦੇ ਨੇ ਵੀ ਜੋ ਉਹ ਹੈ ਉਹ ਮੈਂ ਹਾਂ, ਵੀ ਮੈਂ ਹੀ ਰੱਬ ਹਾਂ। ਕਹਿੰਦੇ ਨਹੀਂ, ਰੱਬ ਦੂਰ ਨਹੀਂ ਹੈ, ਤੂੰ ਤੇ ਆਪ ਹੀ ਰੱਬ ਹੈ। ਗੱਲਾਂ ਬਾਤਾਂ ਕਹਿੰਦੇ ਕਰਦੇ ਰਹਿੰਦੇ ਨੇ ਇਸ ਤਰ੍ਹਾਂ ਦੀ। ਇਸ ਲਈ ਕਹਿੰਦੇ ਸੇ ਮੁਏ, ਉਹ ਤੇ ਐਂ ਸਮਝੋ ਮੁਰਦੇ ਹਨ। ਸਭ ਜਗ ਦੇਖਿਆ ਮਾਇਆ ਛਾਇਆ, ਸਾਰੇ ਸੰਸਾਰ 'ਚ ਮੈਂ ਮਾਇਆ ਦਾ ਪ੍ਰਭਾਵ ਦੇਖਿਆ ਹੈ। ਛਾਇਆ ਪ੍ਰਭਾਵ, ਮਾਇਆ ਦਾ ਪ੍ਰਭਾਵ ਹੈ ਸਾਰੇ ਸੰਸਾਰ 'ਤੇ, ਕਿਉਂਕਿ ਮਾਇਆ ਨਾਲ ਜਿਹਨੂੰ ਮਰਜ਼ੀ ਹੈ ਖਰੀਦ ਲਓ। ਅਗਲੇ ਮਾਇਆ ਦੇ ਨਾਲ ਸਾਰੀ ਸੈਂਟਰ ਗੌਰਮੈਂਟ ਖਰੀਦ ਲਈ ਹੈ। ਅਸੀਂ ਤੁਸੀਂ ਕਿਤੇ ਵਿਚਾਰੇ, ਸਾਰੀ ਕੇਂਦਰੀ ਸਰਕਾਰ ਹੀ ਖਰੀਦ ਲਈ ਮਾਇਆ ਨਾਲ। ਉਹ ਜਿਵੇਂ ਕਹਿੰਦੇ ਹੁਣ ਉਵੇਂ ਕਰਦੀ ਸਰਕਾਰ, ਇਹ ਖਰੀਦੇ ਹੋਏ, ਖਰੀਦਿਆ ਜਾਂਦਾ ਬੰਦਾ। ਹਰ ਬੰਦੇ ਦੀ ਕੀਮਤ ਹੁੰਦੀ ਹੈ, ਕਿ ਇਹਦੀ ਕੀਮਤ ਸਿਰਫ ਚਾਹ ਦਾ ਕੱਪ ਹੈ, ਚਾਹ ਦਾ ਕੱਪ ਪਿਲਾਓ, ਆਪਣਾ ਕੰਮ ਕਰਾ ਲਓ। ਕਿਸੇ ਦੀ ਕੀਮਤ ਇੱਕ ਸ਼ਰਾਬ ਦੀ ਬੋਤਲ ਹੈ, ਉਹਨੂੰ ਕਰ ਲਓ ਅਸਰ। ਕਿਸੇ ਦੀ ਕੀਮਤ ਲੱਖ, 2 ਲੱਖ, 10 ਲੱਖ, ਕਰੋੜ, 100 ਕਰੋੜ ਹੋ ਸਕਦੀ ਹੈ। ਕੋਈ MLA ਖਰੀਦੇ ਨੇ, MP ਖਰੀਦੇ ਨੇ, ਬਹੁਤ ਕੀਮਤ ਪਾਉਂਦੇ। ਬੋਲ ਕਿੰਨੇ ਚਾਹੀਦੇ ਤੈਨੂੰ, ਆ ਜਾ ਸਾਡੇ ਵਾਲੇ ਪਾਸੇ। ਇਹ ਤਾਂ ਐਤਕੀ 92 ਹੋ ਗਈਆਂ ਸੀਟਾਂ। ਜੇ ਕਿਤੇ 60 ਦੇ ਨੇੜੇ ਤੇੜੇ ਹੁੰਦੀ ਨਾ, ਦੂਜੀ ਪਾਰਟੀ ਨੇ ਬੰਦੇ ਖਰੀਦ ਲੈਣੇ ਸਨ। ਅਤੇ ਮਾਇਆ ਕਿਹਨੂੰ ਮਾੜੀ ਲੱਗਦੀ ਹੈ। ਹਲਕਾ ਚੱਕ 50 ਕਰੋੜ, ਚੱਕ 100 ਕਰੋੜ, ਆ ਜਾ ਇੱਧਰ। ਇਹ ਤਾਂ ਇਹਨਾਂ ਦੀ ਗੁੱਡ ਲੱਕ ਸੀ, ਵੀ ਬੰਦੇ ਹੀ ਬਹੁਤ ਜਿੱਤ ਗਏ। ਖੈਰ, ਸਭ ਜਗ ਦੇਖਿਆ ਮਾਇਆ ਛਾਇਆ, ਸਾਰੇ ਸੰਸਾਰ 'ਤੇ ਮਾਇਆ ਦਾ ਪ੍ਰਭਾਵ ਦੇਖਿਆ ਹੋਇਆ। ਨਾਨਕ ਗੁਰਮਤਿ ਨਾਮ ਧਿਆਇਆ, ਪਰ ਜਿਹੜੇ ਗੁਰੂ ਦੀ ਮੱਤ 'ਤੇ ਚੱਲਦੇ ਨੇ ਉਹ ਨਾਮ ਜਪਦੇ ਨੇ। ਬਾਕੀ ਤਾਂ ਸਾਰੇ ਮਾਇਆ ਦੇ ਚੱਕਰ 'ਚ ਨੇ, ਹੋਰ ਕਮਾ ਲਈਏ, ਹੋਰ ਕਮਾ ਲਈਏ। ਅਤੇ ਜਦੋਂ ਮਾਇਆ ਘੰਟਿਆਂ ਦੇ ਅਨੁਸਾਰ ਮਿਲਣ ਲੱਗ ਜਾਏ ਨਾ, ਫਿਰ ਬਹੁਤ ਹੀ ਧਿਆਨ ਮਾਇਆ 'ਚ ਰਹਿੰਦਾ। ਸਾਡੇ ਤਾਂ ਨਾ ਦਿਨ ਦੇ ਇੰਨੇ ਮਿਲਦੇ ਨੇ, ਬਾਹਰਲੇ ਦੇਸ਼ ਘੰਟਿਆਂ ਦੇ ਅਨੁਸਾਰ ਮਿਲਦੇ ਨੇ। 10 ਘੰਟੇ ਕੰਮ ਕੀਤੇ ਇੰਨੇ ਮਿਲੇਗਾ, ਕਿ ਚੱਲ ਜਾਂਦੇ 1 ਘੰਟਾ ਹੋਰ ਲਾ ਚੱਲੀਏ ਯਾਰ, ਹੋਰ ਲਾ ਲੈ, ਇੰਨੇ ਮਿਲ ਗਏ, ਚੱਲ ਇੱਕ ਹੋਰ ਲਾ ਚੱਲੀਏ। ਉਹ 15-15, 16-16 ਘੰਟੇ ਇਸ ਲਈ ਕੰਮ ਕਰਦੇ ਨੇ ਬਾਹਰ ਗਏ ਹੋਏ ਬੱਚੇ, ਕਿ ਉਹਨਾਂ ਨੂੰ ਘੰਟਿਆਂ ਦੇ ਅਨੁਸਾਰ ਪੈਸੇ ਮਿਲਦੇ ਨੇ। ਉਹ ਲੋਕ ਘਰ ਜਾ ਕੇ ਵੀ ਕੀ ਕਰ ਰਹੇ, ਕਿਹਦੇ ਨਾਲ ਗੱਲਾਂ ਕਰਨੀਆਂ ਨੇ, ਉਹ ਤਾਂ ਕੋਈ ਕਿਸੇ ਨਾਲ ਗੱਲ ਤਾਂ ਕਰਦਾ ਕੋਈ ਨਹੀਂ। ਅਤੇ ਕੰਧਾਂ ਨਾਲ ਜਾ ਕੇ ਕੀ ਕਰਨੀ ਗੱਲਾਂ, ਇਹਦੇ ਕਿਹਦਾ ਵਾਲਾ ਕੰਮ ਹੀ ਕਰ ਲਓ ਇਹਦੇ ਨਾਲ। ਜੇ ਤੁਸੀਂ ਚਲੇ ਜਾਓ, ਤੁਹਾਡੇ ਕਿਸੇ ਨੇ ਗੱਲਾਂ ਕਰਨੀਆਂ, ਇੱਕ ਅੱਧੇ ਦਿਨ ਕਰਨਗੇ, ਬਾਕੀ ਥੱਕੇ ਟੁੱਟਿਆ, ਹੈਲੋ ਮੰਮਾ, ਹੈਲੋ ਡੈਡੀ, ਠੀਕ ਹੈ, ਠੀਕ ਹੈ, ਰੋਟੀ ਖਾ ਲਓ, ਖਾ ਲਈ, ਉਹ ਸੌਂ ਗਏ, ਮੰਮੀ ਡੈਡੀ ਸੌਂ ਗਏ ਜਦ। ਅਤੇ ਫਿਰ ਸਾਰਾ ਦਿਨ ਫਿਰ ਕੰਧਾਂ ਨਾਲ ਬੁੜੇ ਗੱਲਾਂ ਕਰਦੇ ਰਹੋ।
ਇਸ ਲਈ ਬੁੜਿਆਂ ਦਾ ਬਾਹਰਲੇ ਦੇਸ਼ਾਂ ਜੀ ਨਹੀਂ ਲੱਗਦਾ ਹੈ। ਉੱਥੇ ਉਹਦਾ ਹੀ ਜੀ ਲੱਗਦਾ ਜਿਹਨੇ ਕੰਮ ਕਰਨਾ ਉੱਥੇ ਜਾ ਕੇ, ਫਿਰ ਜੀ ਲੱਗਾ। ਹੁਣ ਬੁੱਢਾ ਕਰੇਗਾ ਤੇ ਕਰੇਗਾ ਕੀ? ਇਸ ਲਈ ਕਹਿੰਦੇ ਆਸਾ ਮਹਿਲਾ ਪਹਿਲਾ ਤੇ ਤੁਕਾ, ਕੋਈ ਭੀਖਕ ਭੀਖਿਆ ਖਾਏ। ਭੀਖਕ ਹੁੰਦਾ ਭਿਖਾਰੀ, ਭਿਖਿਆ ਮੰਗ ਕੇ ਖਾ ਰਿਹਾ ਹੈ। ਕੋਈ ਭਿਖਾਰੀ ਮੰਗ ਕੇ ਖਾ ਰਿਹਾ ਹੈ। ਕੋਈ ਰਾਜਾ ਰਿਹਾ ਸਮਾਏ, ਕੋਈ ਰਾਜਾ ਆਪਣੇ ਰਾਜ ਕਰਨ ਦੇ ਵਿੱਚ ਹੀ ਲੱਗਾ ਹੋਇਆ ਹੈ, ਉਸੇ 'ਚ ਹੀ ਮਸਤ। ਕਿਸੇ ਹੀ ਮਾਨ, ਕਿਸੇ ਅਪਮਾਨ, ਕਿਸੇ ਦਾ ਆਦਰ ਮਾਨ ਹੋ ਰਿਹਾ, ਕਿਸੇ ਦਾ ਨਿਰਾਦਰ ਹੋ ਰਿਹਾ ਹੈ। ਢਾਹੇ ਉਸਾਰੇ ਧਰੇ ਧਿਆਨ, ਕੋਈ ਢਾਹ ਰਿਹਾ, ਕੋਈ ਉਸਾਰ ਰਿਹਾ ਹੈ, ਉਹਦਾ ਧਿਆਨ ਢਾਉਣ ਵਿੱਚ ਜਾਂ ਉਸਾਰਨ ਵਿੱਚ ਲੱਗਾ ਹੋਇਆ ਹੈ। ਤੁਝ ਤੇ ਵੱਡਾ ਨਾਹੀਂ ਕੋਏ, ਹੇ ਪਰਮਾਤਮਾ ਤੇਰੇ ਤੋਂ ਵੱਡਾ ਹੋਰ ਕੋਈ ਨਹੀਂ ਹੈ। ਕਿਸ ਵੇਖਾਲੀ ਚੰਗਾ ਹੋਏ, ਤੇਰੇ ਤੋਂ ਜੇ ਕੋਈ ਚੰਗਾ ਹੋਵੇ ਤਾਂ ਹੀ ਤਾਂ ਉਹਨੂੰ ਵਿਖਾਵਾਂ ਵੀ ਆਹ ਤੇਰੇ ਤੋਂ ਚੰਗਾ। ਕਿਸ ਨੂੰ ਵਿਖਾਵਾਂ? ਤੇਰੇ ਤੋਂ ਚੰਗਾ ਹੈ ਹੀ ਨਹੀਂ ਕੋਈ। ਹੇ ਪਰਮਾਤਮਾ ਤੇਰੇ ਤੋਂ ਚੰਗਾ ਕੋਈ ਹੈ ਹੀ ਨਹੀਂ, ਕਿਸ ਨੂੰ ਵਿਖਾਵਾਂ? ਮੈਂ ਤਾਂ ਨਾਮ ਤੇਰਾ ਆਧਾਰ, ਹੇ ਪਰਮਾਤਮਾ ਮੈਨੂੰ ਤੇ ਤੇਰੇ ਨਾਮ ਦਾ ਆਸਰਾ ਹੈ। ਤੂੰ ਦਾਤਾ ਕਰਨਹਾਰ ਕਰਤਾਰ, ਤੂੰ ਦਾਤਾ ਹੈ ਕਰਨਹਾਰ, ਤੂੰ ਕਰਨ ਵਾਲਾ ਹੈ, ਤੂੰ ਕਰਤਾਰ ਹੈ, ਤੂੰ ਸੰਸਾਰ ਦੀ ਰਚਨਾ ਕਰਨ ਵਾਲਾ ਹੈ। ਵਾਟ ਨਾ ਪਾਵਾਂ ਵਿੰਗਾ ਜਾਉ, ਮੈਂ ਸਿੱਧੇ ਰਾਹ ਨਹੀਂ ਤੁਰਦਾ, ਵਿੰਗੇ ਤੁਰਦਾ, ਪੁੱਠੇ ਪਾਸੇ ਨੂੰ ਜਾਣਾ। ਮੇਰੇ ਕਰਮ ਸਹੀ ਨਹੀਂ ਹੈਗੇ, ਕਰਮ ਗਲਤ ਨੇ, ਮੈਂ ਸਿੱਧੇ ਕਰਮ ਨਹੀਂ ਕਰਦਾ, ਪੁੱਠੇ ਕਰਦਾ। ਅਤੇ ਬਹੁਤੇ ਲੋਕ ਪੁੱਠੇ ਕੰਮਾਂ 'ਚ ਲੱਗੇ ਹੋਏ ਨੇ। ਇਸੇ ਕਰਕੇ ਇੰਨੀ ਪੁਲਿਸ ਹੈ, ਇਸੇ ਕਰਕੇ ਇੰਨੀਆਂ ਜੇਲ੍ਹਾਂ ਨੇ। ਜੇ ਕੋਈ ਸਹੀ ਕੰਮ ਕਰੇ ਤਾਂ ਕੀ ਲੋੜ, ਨਾ ਕਿਸੇ ਪੁਲਿਸ ਦੀ ਲੋੜ ਹੈ ਨਾ। ਕਈ ਲੋਕ ਨੇ ਸਾਰੀ ਉਮਰ ਥਾਣਾ ਨਹੀਂ ਵੇਖਿਆ ਹੁੰਦਾ, ਉਹਨੇ ਕਦੇ ਲੋੜ ਹੀ ਨਹੀਂ ਪਈ ਉਹਨਾਂ ਨੂੰ, ਕੋਈ ਲੋੜ ਹੀ ਪਈ। ਕਿ ਜਿਹੜਾ ਸਹੀ ਕੰਮ ਕਰਦਾ ਉਹਨੂੰ ਕੀ ਹੈ। ਹਾਂ ਇੰਨਾ ਜ਼ਰੂਰ ਕਦੇ ਇਹੋ ਜਿਹੇ ਬੰਦੇ ਨੂੰ ਵੀ ਥਾਣੇ ਜਾਣਾ ਪਿਆ, ਕਿਉਂ? ਜੋ ਸਹੀ ਕੰਮ ਕਰਦਾ ਕਈ ਵਾਰੀ ਪੁੱਠੇ ਕੰਮ ਕਰਨ ਉਹਨੂੰ ਤੰਗ ਕਰਦੇ ਨੇ। ਹੁਣ ਉਹ ਵਿਚਾਰਾ ਫਿਰ ਦੁਖੀ ਹੋਇਆ ਥਾਣੇ ਜਾਂਦਾ, ਨਹੀਂ ਤਾਂ ਸਹੀ ਬੰਦੇ ਨੂੰ ਕੋਈ ਲੋੜ ਨਹੀਂ ਹੁੰਦੀ ਪੁਲਿਸ ਦੀ। ਹੁਣ ਮੰਨ ਲਓ ਮੇਰੇ ਘਰ ਕੋਈ ਚੋਰ ਚੋਰੀ ਕਰ ਜਾਂਦਾ, ਮੈਨੂੰ ਥਾਣੇ ਜਾਣਾ ਪੈਣਾ ਇਤਲਾਹ ਦੇਣ ਲਈ, ਰਿਪੋਰਟ ਲਿਖਾਉਣੀ ਪੈਣੀ, ਤਾਂ ਜਾਣਾ। ਮੈਂ ਆਪਣੇ ਕਿਸੇ ਕਰਮ ਕਰਕੇ ਨਹੀਂ ਜਾਣਾ, ਕਿਸੇ ਦੇ ਕਰਕੇ ਜਾਣਾ। ਮਨੁੱਖ ਸਹੀ ਕੰਮ ਹੀ ਨਹੀਂ ਕਰਦਾ ਹੈ, ਆਪੇ ਫਾਸੜੀਏ ਤੈਨੂੰ ਕੌਣ ਛਡਾਏ। ਪੁੱਠੇ ਕੰਮ ਕਰਕੇ ਫਿਰ ਫਸ ਜਾਂਦੇ ਨੇ, ਫਿਰ ਮੇਰੇ ਕੋਲ ਆਉਂਦੇ ਨੇ, ਉਹ ਸਾਡਾ ਮੁੰਡਾ ਬਰੀ ਹੋ ਜਾਏ ਜੀ। ਮੈਂ ਬੀਬੀ ਜੇ ਪਾਠਾਂ ਨਾਲ ਬਰੀ ਹੋਣ ਲੱਗੇ ਤਾਂ ਫਿਰ ਤਾਂ ਸਾਰੇ ਮੇਰੇ ਕੋਲ ਆ ਜਾਣਗੇ, ਫਿਰ ਜੱਜ ਕੀ ਕਰਨਗੇ ਉੱਥੇ। ਪਾਠਾਂ ਨਾਲ ਮੈਂ ਬਰੀ ਨਹੀਂ ਹੁੰਦੇ। ਹਾਂ ਉਹ ਹੁੰਦਾ ਵੀ ਉਹਦਾ ਕਸੂਰ ਕੋਈ ਨਹੀਂ ਸੀ, ਉਹ ਬੇਕਸੂਰਾ ਕਿਸੇ ਕਾਰਨ ਫਸ ਗਿਆ ਹੈ, ਉੱਥੇ ਤਾਂ ਗੁਰੂ ਮਹਾਰਾਜ ਮਦਦ ਕਰਨ ਨੂੰ ਤਿਆਰ ਹੋ ਜਾਂਦੇ ਨੇ। ਉੱਥੇ ਤਾਂ ਪਾਠ ਦਿੱਤਾ ਜਾਂਦਾ। ਹੁਣ ਬੰਦੇ ਨੇ ਕਤਲ ਕਰਤਾ ਅਤੇ ਉਹਨੂੰ ਕੀ ਮੈਂ ਪੜ੍ਹ ਦੇਵਾਂ ਉਸਨੂੰ ਵੀ ਤੂੰ ਬਰੀ ਹੋ ਜਾ। ਕੀ ਕਿਸੇ ਚੋਰ ਨੂੰ ਪਾੜ ਦੇਦਾ ਤੂੰ ਬਰੀ ਹੋ ਜਾ ਤੂੰ? ਕੀ ਕਿਸੇ ਨਸ਼ੇ ਵੇਚਣ ਵਾਲੇ ਨੂੰ ਪਾੜ ਦੇਦਾ ਵੀ ਤੂੰ ਬਰੀ ਹੋ ਜਾਵੇ? ਅਤੇ ਗੁਰੂ ਵਰਗੇ ਵਾਹ ਆਹ ਤੂੰ ਚੰਗਾ ਕੰਮ ਫੜ ਲਿਆਵੇ। ਉਹ ਮੈਨੂੰ ਕਹਿਣਗੇ ਵੀ ਤੂੰ ਆ ਕੀ ਕੰਮ ਫੜ ਲਿਆਵੇ, ਤੂੰ ਤਾਂ ਚੋਰਾਂ ਦੀ ਅਤੇ ਨਸ਼ਈਆਂ ਦੀ ਮਦਦ ਕਰਨ ਲੱਗ ਪਿਆ ਹੈ। ਸੋ ਇਸ ਲਈ ਕਈ ਬਿਮਾਰ ਨੇ ਮੇਰੇ ਕੋਲ ਆ ਜਾਣਗੇ। ਮੈਂ ਬੀਬਾ ਮੈਂ ਡਾਕਟਰ ਨਹੀਂ ਹਾਂ, ਮੈਂ ਤਾਂ ਹੋਰ ਤਰ੍ਹਾਂ ਦਾ ਡਾਕਟਰ ਹਾਂ। ਮੈਂ ਆਵੇ ਦੇਖੋ ਮੇਰੀ ਦਵਾਈ ਟੇਬਲ 'ਤੇ ਦਵਾਈਆਂ ਪਈਆਂ ਨੇ, ਮੈਂ ਜੋ ਬਿਮਾਰ ਹਾਂ ਮੈਂ ਤਾਂ ਆਪ ਡਾਕਟਰ ਕੋਲ ਜਾਂਦਾ। ਹਾਂ ਤੁਸੀਂ ਡਾਕਟਰ ਕੋਲ ਜਾਂਦੇ ਹੋ, ਦਵਾਈ ਅਸਰ ਨਹੀਂ ਕਰ ਰਹੀ, ਉਹਦੇ ਲਈ ਮੈਂ ਪਾੜ ਦੇ ਸਕਦਾ ਵੀ ਤਾਂ ਜੋ ਦਵਾਈ ਅਸਰ ਕਰਨ ਲੱਗ ਜਾਵੇ। ਕਿਉਂ? ਗੁਰਬਾਣੀ 'ਚ ਲਿਖਿਆ ਹੋਇਆ ਵੀ ਜੇ ਕਈ ਡਾਕਟਰ ਵੀ ਇਕੱਠੇ ਹੋ ਜਾਣ, ਅਗਰ ਦਵਾਈ ਨਹੀਂ ਲੱਗਦੀ ਤਾਂ ਡਾਕਟਰ ਕਿਸੇ ਮਰੀਜ਼ ਨੂੰ ਠੀਕ ਨਹੀਂ ਕਰ ਸਕਦੇ। ਵੈਦਾਂ ਸੰਦਾ ਸੰਗ ਇਕੱਠਾ ਹੋਇਆ,
ਔਖਦ ਆਏ ਰਾਸ ਵਿੱਚ ਆਪ ਖਲੋਇਆ। ਜੇ ਗੁਰੂ ਜਾਂ ਪਰਮਾਤਮਾ ਵਿੱਚ ਖਲੋ ਜੇ ਫਿਰ ਦਵਾਈ ਰਾਸ ਆਉਂਦੀ ਨਹੀਂ, ਤੇ ਕਈ ਵਾਰੀ ਦਵਾਈ ਲੱਗਦੀ ਨਹੀਂ। ਫਿਰ ਮੈਂ ਉਦੋਂ ਅਸੀਂ ਪੜ੍ਹ ਦਿੰਦੇ ਵੀ ਸੱਚੇ ਪਾਤਸ਼ਾਹ ਤੁਸੀਂ ਵਿੱਚ ਖਲੋਵੋ, ਇਹ ਦਵਾਈ ਇਸ 'ਤੇ ਅਸਰ ਕਰੇ, ਉਦੋਂ ਅਸੀਂ ਦੇ ਦਿੰਦੇ। ਪਰ ਦਵਾਈ ਆਪਣੀ ਥਾਂ 'ਤੇ ਹੈ, ਬਾਣੀ ਆਪਣੀ ਥਾਂ 'ਤੇ। ਕੁਝ ਗੱਲਾਂ ਜ਼ਰੂਰ ਨੇ ਜਿਹੜੀ ਬਾਣੀ ਨਾਲ ਠੀਕ, ਦਵਾਈ ਨਾਲ ਨਹੀਂ ਠੀਕ ਹੁੰਦੀ। ਕਿਸੇ ਭੂਤ ਪ੍ਰੇਤ ਚੰਬੜੇ ਕਿਸੇ ਦਵਾਈ ਨਾਲ ਠੀਕ ਨਹੀਂ ਹੋਣਗੇ, ਇਹ ਬਾਣੀ ਨਾਲ ਹੀ ਹੋਣਗੇ। ਕੁਝ ਗੱਲਾਂ ਨੇ ਜਿਹੜੀ ਬਾਣੀ ਨਾਲ ਹੀ ਠੀਕ ਹੁੰਦੀਆਂ, ਦਵਾਈਆਂ ਨਾਲ ਨਹੀਂ ਠੀਕ ਹੁੰਦੀਆਂ। ਕੁਝ ਚੀਜ਼ਾਂ ਨੇ ਦਵਾਈਆਂ ਨਾਲ ਹੀ ਹੁੰਦੀਆਂ ਹੈ, ਬਾਣੀ ਨਾਲ ਸਹਾਇਤਾ ਕਰਦੀ ਹੈ। ਗੁਰੂ ਮਹਾਰਾਜ ਵਿੱਚ ਖਲੋਂਦੇ ਨੇ ਅਤੇ ਫਿਰ ਉਸ 'ਤੇ ਕਿਰਪਾ ਹੋ ਜਾਂਦੀ ਹੈ। ਇਸ ਲਈ ਕਹਿੰਦੇ ਵਾਟ ਨਾ ਪਾਵੋਂ ਵਿੰਗਾ ਜਾਉਂ, ਦਰਗਾਹ ਬੈਸਣ ਨਾਹੀਂ ਥਾਂ। ਮੈਂ ਕੰਮ ਤੇ ਸਿੱਧੇ ਕਰਦੇ ਨੇ, ਪੁੱਠੇ ਕੰਮ ਕਰਦਾ, ਦਰਗਾਹ 'ਚ ਮੈਨੂੰ ਬਹਿਣ ਲਈ ਕਿੱਥੋਂ ਥਾਂ ਮਿਲੇਗੀ? ਦਰਗਾਹ ਦੇ ਤਾਂ ਉਹਨਾਂ ਨੂੰ ਬਹਿਣ ਨੂੰ ਥਾਂ ਮਿਲਦੀ ਜਿਹੜੇ ਸ਼ੁਭ ਕਰਮ ਕਰਦੇ ਤੇ ਨਾਮ ਜਪਦੇ ਨੇ। ਉਹਨਾਂ ਨੂੰ ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਵ। ਉਹਨੂੰ ਦੁਰਕਾਰਦੇ ਨਹੀਂ, ਆਓ ਜੀ ਬੈਠੋ ਜੀ, ਉਹਦਾ ਸਤਿਕਾਰ ਕਰਦੇ ਨੇ। ਸੋ ਆਪਾਂ ਨੇ ਸਹੀ ਕਰਮ ਕਰਨੇ ਨੇ, ਨਾਲ ਨਾਮ ਜਪਣਾ, ਬਾਣੀ ਪੜ੍ਹਨੀ। ਮਨ ਕਾ ਅੰਧਲਾ ਮਾਇਆ ਕਾ ਬੰਧ, ਇਹ ਮਨੁੱਖ ਮਨ ਦਾ ਅੰਨਾ ਹੈ, ਮਾਇਆ ਦਾ ਬੱਝਿਆ ਹੋਇਆ ਹੈ। ਖੀਨ ਖਰਾਬ ਹੋਵੇ ਨਿਤ ਕੰਧ, ਖੀਨ ਹੁੰਦਾ ਕਮਜ਼ੋਰ, ਹਿੰਦੀ ਦਾ ਸ਼ਬਦ ਹੈ ਕਸ਼ੀਨ, ਉਸ ਤੋਂ ਪੰਜਾਬੀ ਦਾ ਬਣਿਆ ਖੀਨ, ਕਮਜ਼ੋਰ। ਕੰਧ ਭਾਵ ਸਰੀਰ, ਇਹ ਸਰੀਰ ਤਾਂ ਰੋਜ਼ ਕਮਜ਼ੋਰ ਹੋ ਰਿਹਾ ਹੈ, ਰੋਜ਼ ਇਹ ਖਰਾਬ ਹੋ ਰਿਹਾ ਹੈ। ਖਾਣ ਜੀਵਨ ਕੀ ਬਹੁਤੀ ਆਸ, ਬਸ ਖਾਣ ਨੂੰ ਲੱਗਿਆ ਹੋਇਆ ਜਾਂ ਬਹੁਤੀ ਸਮਾਂ ਜਿਉਣਾ ਚਾਹੁੰਦਾ ਹੈ ਵੀ ਮੈਂ ਬਹੁਤਾ ਸਮਾਂ ਜਿਵਾਂ, ਖਾਂਦਾ ਪੀਂਦਾ ਰਹਾਂ, ਇਹ ਆਸ ਹੈ। ਲੇਖੈ ਤੇਰੇ ਸਾਸ ਗਿਰਾਸ, ਪਰ ਹੇ ਪਰਮਾਤਮਾ ਜਿਹੜੇ ਵੀ ਅਸੀਂ ਸਾਹ ਲੈ ਰਹੇ ਹਾਂ ਨਾ, ਉਹ ਸਭ ਤੇਰੇ ਲੇਖੇ 'ਚ ਨੇ। ਉਹਨਾਂ ਦਾ ਹਿਸਾਬ ਕਿਤਾਬ ਤਾਂ ਮੰਗਣਾ ਕਿ ਤੈਨੂੰ ਇੰਨੇ ਦਿਨ ਇੰਨੇ ਸਵਾਸ ਦੇ ਕੇ ਭੇਜਿਆ ਸੀ, ਤੂੰ ਕਰਦਾ ਕੀ ਰਹੇ? ਤੂੰ ਇੰਨੇ ਸਵਾਸ ਨਾਮ ਨਹੀਂ ਜਪਿਆ, ਵਿਰਥ ਗੁਆਤੇ। ਤੈਨੂੰ ਤਾਂ ਮੈਂ ਭੇਜੇ ਸਾਸ ਸਾਸ ਸਿਮਰੋ ਗੋਬਿੰਦ, ਤੈਨੂੰ ਤਾਂ ਮੈਂ ਇਸ ਲਈ ਭੇਜਿਆ ਸੀ ਵੀ ਸਵਾਸ ਸਵਾਸ ਸਿਮਰਨ ਕਰ, ਇਸ ਲਈ ਭੇਜ। ਕਰਨਾ ਕਿਸੇ ਨੇ ਅੱਗੋਂ ਕਹੇਗਾ ਜੀ ਫਿਰ ਸਾਡੇ ਕੰਮ ਕੌਣ ਕਰੇਗਾ? ਅਸੀਂ ਕਰਦੇ, ਅਸੀਂ ਪੱਕੇ ਬਹਾਨੇਬਾਜ਼। ਬਾਬਾ ਜੀ ਇਸ ਸਵਾਸ ਸਵਾਸ ਸਿਮਰਨ ਕਰਨ ਲੱਗੇ, ਫਿਰ ਕੰਮ ਕਿਵੇਂ ਹੋਏਗਾ? ਨੌਕਰੀ ਕਿਵੇਂ ਹੋਵੇਗੀ? ਕਰਨਾ ਕਰਾਉਣਾ ਕੁਛ ਨਹੀਂ ਹੈ, ਘੜੇ ਘੜਾਏ ਸਾਡੇ ਕੋਲ ਬਹਾਨੇ ਨੇ। ਤੁਸੀਂ ਸਵਾਸ ਸਵਾਸ ਸਿਮਰਨ ਕਰ ਲਓ, ਤੁਹਾਨੂੰ ਨੌਕਰੀ ਦੀ ਲੋੜ ਹੀ ਨਹੀਂ, ਕਿ ਨੌਕਰੀ ਤੋਂ ਕੀ ਕਰਾਉਣਾ? ਤੁਸੀਂ ਤਾਂ ਸੰਤ ਹੋ ਜਾਓਗੇ, ਲੋਕ ਆ ਕੇ ਤੁਹਾਡੀ ਨੌਕਰੀ ਕਰਨਗੇ। ਜਿਵੇਂ ਸੰਤ ਮਹਿੰਦਰ ਸਿੰਘ ਜੀ DSP ਸਨ, ADC ਸਿਲੈਕਟ ਹੋ ਗਏ ਕੰਨੇਵਾਲ, ਅੰਬੇ ਮਾਜਰੇ ਮਹਾਂਪੁਰਖ ਰਹਿੰਦੇ ਸਨ। ਉਹਨਾਂ ਤੋਂ ਆਸ਼ੀਰਵਾਦ ਲੈਣ ਲਈ ਪ੍ਰੀਤਮ ਸਿੰਘ ਜੀ ਕੋਲ ਚਲੇ ਗਏ ਵੀ ਆਸ਼ੀਰਵਾਦ ਹੈ, ਮੈਂ ADC ਬਣ ਕੇ ਜੁਆਇਨ ਕਰਨੀ ਡਿਊਟੀ। ਅੱਗੋਂ ਅੰਬੇ ਮਾਜਰੇ ਕਹਿੰਦੇ ਮਹਿੰਦਰ ਸਿੰਘ ਤੈਂ ਤਾਂ DC ਬਣਾਉਣੇ ਨੇ, ਤੈਂ DC ਲੱਗ ਕੇ ਕੀ ਕਰਨਾ? ਅੱਲਾ ਦੇ ਪੈਂਟ ਆਪਾਂ ਲੈ ਚੋਲਾ, 7 ਬਚਨ ਜੀ, ਉੱਥੇ ਪੈਂਟ ਲਾ ਦੇ ਕੱਪੜੇ ਪੁਲਿਸ ਵਾਲੇ ਤੇ ਚੋਲਾ ਪਾ ਲਿਆ। ਇਹ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੈ। ਕਹਿਣ ਵਾਲਾ ਵੀ ਪੂਰਾ, ਅੱਗੋਂ ਮੰਨਣ ਵਾਲਾ ਵੀ ਪੂਰਾ। ਤੇ ਨਹੀਂ ਤਾਂ ਸੋਚਣਾ ਜੀ ਮੈਂ ਚੋਲਾ ਪਾ ਲਿਆ ਜੀ, ਫਿਰ ਬਾਕੀ ਪਰਿਵਾਰ ਦਾ ਕੀ ਬਣੇਗਾ ਜੀ? ਤੇ ਜੇ ਚੋਲਾ ਪਾ ਕੇ ਘਰ ਗਏ ਤੇ ਘਰ ਵਾਲੀ ਕਹਿੰਦੇ ਮੈਂ DSP ਨਾਲ ਵਿਆਹ ਕਰ ਰਿਹਾ ਸੀ, ਕਿਸੇ ਸਾਧ ਨਾਲ ਨਹੀਂ ਸੀ ਕਰਾਇਆ। ਜਦੋਂ ਸਾਧ ਬਣਨਾ ਮੈਂ ਚੱਲੀ ਹਾਂ, ਆਪਣੇ ਮੁੰਡੇ ਨੂੰ ਚੱਕਿਆ, ਪੇਕਿਆਂ ਨੂੰ ਤੁਰ ਗਈ, ਪੇਕਿਆਂ ਨੂੰ ਤੁਰ ਗਈ। ਸੋ ਜਦੋਂ ਇਸ ਪਾਸੇ ਮੁੜਨਾ ਤਾਂ ਬੜਾ ਕੁਛ ਸਹਿਣਾ ਵੀ ਪੈਣਾ। ਪਰ ਇਹ ਵੀ ਤੇ ਇੱਕ ਕਮਾਲ ਹੈ। ਸੰਤ ਵਰਿਆਮ ਸਿੰਘ ਜੀ ਸੁਪਰਡੈਂਟ ਨੇ ਕੀ ਵਾਜਦਾ ਸੈਕਟਰੀਏਟ 'ਚ, ਸੈਕਟਰੀਏਟ ਸੁਪਰਡੈਂਟ ਲੱਗੇ ਸਨ ਸੰਤ ਵਰਿਆਮ ਸਿੰਘ ਰਤਵਾੜਾ ਸਾਹਿਬ ਵਾਲੇ। ਸੰਤ ਈਸ਼ਰ ਸਿੰਘ ਮਾਰ ਨੂੰ ਮਿਲਣ ਗਏ ਨੇ। ਸੰਤ ਈਸ਼ਰ ਸਿੰਘ ਕਹਿੰਦਾ ਵਰਿਆਮ ਸਿੰਘ ਨੌਕਰੀ ਛੱਡ ਦੇ, UP ਚਲਿਆ ਜਾ, ਉੱਥੇ ਖੇਤੀ ਕਰਾ ਅਤੇ ਭਜਨ ਬੰਦਗੀ ਕਰ, ਉੱਥੇ ਪ੍ਰਚਾਰ ਕਰ। 7 ਬਚਨ ਜੀ, ਜਾ ਕੇ ਅਸਤੀਫਾ ਦੇ ਦਿੱਤਾ। ਸੋਚਿਆ ਨਹੀਂ
ਕਿ ਮੇਰੇ ਪਰਿਵਾਰ ਦਾ ਕੀ ਬਣੇਗਾ, ਉਹ ਕਿਵੇਂ ਖਾਣਗੇ। ਨਹੀਂ, ਮਹਾਂਪੁਰਖ ਕਹਿ ਨੌਕਰੀ ਛੱਡ ਦੇ, ਸਰਕਾਰੀ ਨੌਕਰੀ ਸੁਪਰਡੈਂਟ ਛੱਡਤੀ। ਕੋਈ ਵਿਰਲੇ ਟਾਈਮ ਜਿਹੜਾ ਸਾਸ ਸਾਸ ਸਿਮਰੋ ਗੋਬਿੰਦ, 7 ਬਚਨ ਜੀ, ਆਪੇ ਰੱਬ ਦੇਵੇਗਾ ਖਾਣ ਨੂੰ, ਜਿੱਥੇ ਬੈਠੇ ਉੱਥੇ ਹੀ ਆ ਜਾਏਗੀ। ਗੱਲ ਹੈ ਕੋਈ, ਪਰ ਤਿਆਗ ਤੇ ਇੱਕ ਵਾਰੀ ਕਰਨਾ ਪੈਣਾ, ਤਿਆਗ ਕਰਨਾ ਪੈਣਾ। ਤਿਆਗ ਕਰਨਾ ਸਭ ਤੋਂ ਔਖਾ ਹੁੰਦਾ, ਉਹ ਵੀ ਉਹੀ ਕਰ ਸਕਦਾ ਜਿਸ ਦਾ ਪਰਮਾਤਮਾ ਸਮਰੱਥਾ ਬਖਸ਼ੇ। ਦੂਜੇ ਸਾਡੇ ਤੁਹਾਡੇ ਦਾ ਵੱਸ ਦਾ ਨਹੀਂ ਕੰਮ ਹੈਗਾ। ਸੋ ਕਹਿੰਦੇ ਲਿਖੇ ਤੇਰੇ ਸਾਸ ਗਿਰਾਸ, ਸਾਡਾ ਸਵਾਸ ਪਰ ਲੇਖੇ ਵਿੱਚ ਹੈ। ਸੋ ਅਸੀਂ ਆਪਣਾ ਖਿਆਲ ਰੱਖਣਾ ਹੈ, ਐਵੇਂ ਸਵਾਸ ਖਰਾਬ ਨਹੀਂ ਕਰਨਾ। ਖਾਸ ਕਰ ਜਿਹੜੇ ਮੇਰੇ ਵਰਗੇ ਰਿਟਾਇਰ ਹੋ ਗਏ, ਉਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ। ਸਾਡੀ ਬਹਾਨੇਬਾਜ਼ੀ ਕੋਈ ਨਹੀਂ ਚੱਲੇਗੀ ਵੀ ਤੁਹਾਨੂੰ ਅਸੀਂ ਪੈਨਸ਼ਨਾਂ ਦਿੰਦੇ ਹਾਂ, ਖਾਣ ਪੀਣ ਦੀ ਤੁਹਾਨੂੰ ਕੋਈ ਕਮੀ ਨਹੀਂ ਹੈ, ਜ਼ਿੰਮੇਵਾਰੀ ਕੋਈ ਹੈ ਨਹੀਂ। ਜਵਾਕ ਦਿੱਤੇ ਤੁਸੀਂ, ਵਿਆਹ ਆਪੇ ਉਹ ਆਪਣੇ ਜਵਾਕਾਂ ਨੂੰ ਪਾਲਣਗੇ, ਤੁਸੀਂ ਠੇਕਾ ਲਾ ਰੱਖਿਆ ਕਿ ਪੋਤੇ ਪੜੋਤਿਆਂ ਦਾ। ਤੁਸੀਂ ਆਪਣਾ ਭਜਨ ਬੰਦਗੀ ਕਰੋ ਬਸ, ਯਾਦ ਰੱਖਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਬੁੱਢੇ ਸਾਥੀਆਂ ਦਾ ਖਿਆਲ ਰੱਖਣਾ, ਉਹਨੂੰ ਯਾਦ ਕਰਾਉਂਦਾ ਰਹਿਣਾ, ਸੱਚੀ ਗੱਲ ਹੈ।